ਸਾਡੇ ਦਰਮਿਆਨ ਸਾਡੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਇਕਦੀਸ਼ ਕੌਰ ਜੀ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਹਿਲਾ ਚੌਕ ਨੇ ਸ਼ਿਰਕਤ ਕੀਤੀ ਹੈ। ਉਹਨਾਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਉਹ ਆਪਣੇ ਰੁਝੇਵਿਆਂ ਭਰੇ ਜੀਵਨ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹਨ। ਬਹੁਤਾ ਸਮਾਂ ਨਾ ਲੈਂਦੇ ਹੋਏ ਅੱਗੇ ਮੈਂ ਸੁਰਿੰਦਰਪਾਲ ਸਿੱਕੀ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਅਗਲੀ ਸਟੇਜ ਦੀ ਕਾਰਵਾਈ ਹੈ ਜਿਹੜੀ ਸੰਭਾਲਣ। शहीद उधम सिंह के नाम के संस्थापक विद्यक अदारे दे विच अज असी अंतरराष्ट्रीय इस्त्री दिवस ਨੂੰ समर्पित समागम ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਹਾਜ਼ਰ ਹੋਏ ਹਾਂ। फतेह की सांझ पाओ आखो वाहिगुरू जी का खालसा वाहिगुरू जी की फतेह। बड़ी खुशी की गल है कि जिन्ना तक अज के सैमीनार राही असी सुनेहा पहुँचाने लिए इत्थे पहुँचे हाँ, उन्हां दी गिनती बहुत वधिया है तो है, क्योंकि असी तुहाडे नाल तुहाडियां ही गल्लां करनियां हन। सब तो पहला साडे विचकार जो सानू मान देण लई शख्सियत पहुंची है, साडे अज दे समागम के मुख्य मेहमान सरदारनी इकदीश कौर जी प्रिंसीपल सरकारी सीनियर सैकंडरी स्कूल तुहाडे समैला चौक से ताड़ियां मार के आमा नूं करिए। डॉक्टर कुलवंत कौर जी जो कि साडे अपने स्टडी सर्कल परिवार के मैंबर हैं। मेरा ख्याल दूसरी या तीसरी बार तुहाडे कोल असीं अपने इस समागम लैके हाजिर होए हाँ। बहुत माण बख्शदे हन जदों भी इन्हां नाल किसी समागम की गल की जाए तां ये अपनी सेवावां अपनी खुश जड़ी है वो साडे नाल साझी करदे हन। असीं गुरु गोबिंद सिंह स्टडी सर्कल दे वल्लों तुहाडे विच हाजिर होए हाँ। साडे नाल सरदार लाभ सिंह जी जो स्टडी सर्कल के डिप्टी चीफ ऑर्गेनाइजर हैं वो तशरीफ फरमा हैं। उन्हां दे नाल साडे सरदार गुरजंट सिंह जी राही जो प्रिंसीपल हैं गुरमत विद्यालय के साडे विजिटिंग लैक्चरर हैं, कथावाचक हैं, और सरदार ज्ञान सिंह जी जो कि ब्लॉक एजुकेशन ऑफिसर के तौर पर सेवावां तो मुक्त होकर अपना जो है कार्य धार्मिक समाजिक कार्यों में कर रहे हैं। सरदार गुरमेल सिंह जी साडे जोन के दफ्तर सकत्तर, और अज दे जो तीन मुख बुलारे जिन्हां तुहाडे नाल वख-वख पक्षां तो विचारां की सांझ करनी है, उन्हां विच प्रोफैसर नरिंदर सिंह जी जो कि एजुकेशन डिपार्टमेंट विचों ही कॉलेज विचों ही सेवा मुक्त होके ਸਾਹਿਤਕ ਖੇਤਰ ਦੇ ਵਿੱਚ ਧਾਰਮਿਕ ਖੇਤਰ ਵਿੱਚ ਸਮਾਜਿਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਰਪ੍ਰਸਤ ਹਨ, ਬਹੁਤ ਵਧੀਆ ਲਿਖਦੇ ਹਨ, ਬੋਲਦੇ ਹਨ। ਉਹਨਾਂ ਨੇ ਇੱਕ ਵਿਸ਼ੇ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਉਸ ਤੋਂ ਬਾਅਦ ਪ੍ਰੋਫੈਸਰ ਹਰਵਿੰਦਰ ਕੌਰ ਜੀ ਸੰਗਰੂਰ ਤੋਂ, ਇਹ ਵੀ ਅਧਿਆਪਨ ਖੇਤਰ ਦੇ ਵਿੱਚੋਂ ਸੇਵਾ ਮੁਕਤ ਹੋ ਕੇ ਸਾਡੇ ਨਾਲ ਜੁੜੇ ਹੋਏ ਹਨ। ਤੇ ਉਹਨਾਂ ਦੇ ਨਾਲ ਹੀ ਭੈਣ ਸੁਰਿੰਦਰ ਗੋਪਾਲ ਕੌਰ ਜੀ ਰਸੀਆ ਧਨੌਲਾ ਤੋਂ,
ਜਿਨ੍ਹਾਂ ਦਾ ਬਹੁਤ ਵੱਡਾ ਸਾਹਿਤਕ ਖੇਤਰ ਵੀ ਹੈ। ਇਸ ਸਮੇਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇ ਕੇ ਬਰਨਾਲਾ ਵਿਖੇ ਆਪਣੀਆਂ ਅਧਿਆਪਨ ਖੇਤਰ ਸੇਵਾ ਨਿਭਾ ਰਹੇ ਹਨ। MA BEd MPhil ਪੰਜਾਬੀ ਦੇ ਹਨ। ਜੀਵਨ ਮੈਂਬਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਹਨ। ਪੰਜਾਬੀ ਕਵਿੱਤਰੀ ਆਲੋਚਕ ਔਰ ਪੁਸਤਕ ਅੰਨੀ ਰੋਸ਼ਨੀ ਕਵਿਤਾਰੀ ਇਹਨਾਂ ਦੇ ਪ੍ਰਕਾਸ਼ ਤੇ ਤਾੜੀਆਂ ਮਾਰ ਕੇ ਆਪਣੇ ਸਾਰੇ ਬੁਲਾਰਿਆਂ ਨੂੰ ਕਰੀਏ। ਔਰ ਜਿਹੜੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਜਗਦੀਸ਼ ਕੌਰ ਜੀ BSc BEd MA MPhil ਪੰਜਾਬੀ ਅੱਜ ਕੱਲ੍ਹ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ। ਔਰ ਵੱਡੀ ਖੁਸ਼ੀ ਦੀ ਗੱਲ ਜਿਹੜੀ ਮੈਂ ਮਾਣ ਮਹਿਸੂਸ ਕਰਦਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਸੀਂ ਹਰ ਸ਼ੁੱਕਰਵਾਰ ਨੂੰ ਜੋ ਸਾਡੀ ਇਸਤਰੀ ਕੌਂਸਲ ਬਣੀ ਹੋਈ ਹੈ ਸੈਂਟਰਲ ਦੀ, ਉਹਨਾਂ ਵੱਲੋਂ ਹਰ ਸ਼ੁੱਕਰਵਾਰ ਨੂੰ ਆਨਲਾਈਨ ਜ਼ੂਮ ਤੇ ਇਹ ਹਫ਼ਤਾਵਾਰੀ ਜਿਹੜਾ ਹੈ ਆਪਣਾ ਪ੍ਰੋਗਰਾਮ ਦਿੱਤਾ ਜਾਂਦਾ ਹੈ। ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਵਿਚਾਰ ਵਟਾਂਦਰਾ ਹੁੰਦਾ ਹੈ ਤੇ ਉਹਨਾਂ ਦੇ ਵਿੱਚ ਇਹ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਨੇ ਭੈਣ ਆਪਣੇ ਅੰਦਰ ਜਗਦੀਸ਼ ਕੌਰ ਜੀ ਪ੍ਰਿੰਸੀਪਲ ਔਰ ਡਾਕਟਰ ਕੁਲਵੰਤ ਕੌਰ ਜੀ ਰਸੀਆ ਜੀ ਹਰਵਿੰਦਰ ਕੌਰ ਜੀ ਸਾਡੇ ਹੀ ਸਾਰੇ ਪਰਿਵਾਰ ਦੇ ਮੈਂਬਰ ਦੇ ਵਿੱਚ ਸ਼ਾਮਲ ਹੁੰਦੇ ਨੇ। ਬੜੀ ਖੁਸ਼ੀ ਹੋਈ ਹੈ। ਔਰ ਸਾਡੇ ਇਹ ਰਸੀਆ ਪਰਿਵਾਰ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਹੈ ਉਹ ਵੀ ਸਹਿਚਾਰ ਰਿਸ਼ਤੇਦਾਰੀ ਨਿਕਲੀ ਹੈ। ਸਾਨੂੰ ਹੋਰ ਮਾਣ ਮਿਲਿਆ ਹੈ। ਸੋ ਮੈਂ ਆਪਣੇ ਵੱਲੋਂ ਜਿੱਥੇ ਇਹਨਾਂ ਸ਼ਖਸੀਅਤਾਂ ਨੂੰ ਉੱਥੇ ਤੁਹਾਨੂੰ ਸਾਰਿਆਂ ਨੂੰ ਹੀ ਵੈਲਕਮ ਕਰਦਾ ਹਾਂ, ਜੀ ਆਇਆਂ ਨੂੰ ਆਖਦਾ ਹਾਂ। ਪਰਵਿੰਦਰ ਜੀ ਪਹੁੰਚੇ ਨਾਲ ਉਹਨਾਂ ਦੇ ਸਕੂਲ ਦੇ ਵਿੱਚੋਂ ਹੋਰ ਸਾਰੇ ਜਿਹੜੇ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਗੱਲ ਕਰੀਏ ਤਾਂ ਸਾਨੂੰ ਇਹ ਮਾਣ ਹੈ ਕਿ ਸੰਨ 1972 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਥਾਪਨਾ ਸਰਕਾਰੀ ਕਾਲਜ ਲੁਧਿਆਣਾ ਤੋਂ ਹੋ ਗਈ। ਉਹ ਜਿਹੜਾ ਕਾਫਲਾ ਗੁਰੂ ਪਾਤਸ਼ਾਹ ਧੰਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਸਰਬਸਾਂਝੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਇੱਕ ਅਕਾਦਮਿਕ ਸਮਾਜਿਕ ਸਵੈ ਸੈਨਿਕ ਸੰਗਠਨ ਜਿਹੜੀ ਜੋ ਸਾਡੀ ਇਹ ਸੰਸਥਾ ਹੈ, ਇਹਨੂੰ ਸਾਨੂੰ ਵਿਚਰਦਿਆਂ ਹੋਇਆਂ ਦੇਸ਼ ਵਿਦੇਸ਼ਾਂ ਵਿੱਚ ਆਪਣੇ ਗੱਲ ਨੂੰ ਸਾਂਝ ਕਰਦਿਆਂ ਹੋਇਆਂ ਮੈਂ ਮਾਣ ਮਹਿਸੂਸ ਕਰ ਰਿਹਾ ਕਿ ਅੱਜ 2022 ਦੇ ਵਿੱਚ ਅਸੀਂ 50 ਸਾਲਾ ਆਪਣਾ ਸਥਾਪਨਾ ਦਿਵਸ ਜਿਹੜਾ ਹੈ ਉਹਨੂੰ ਮਨਾ ਰਹੇ ਹਾਂ। ਸਾਨੂੰ 50 ਸਾਲ ਦਾ ਸਮਾਂ ਹੋ ਗਿਆ ਹੈ। ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਸਾਨੂੰ ਪਾਤਸ਼ਾਹ ਨੇ ਆਪਸ ਵਿੱਚ ਜੋੜ ਕੇ ਰੱਖਿਆ ਹੈ। ਸਿਰੇ ਜੋੜ ਕੇ ਵਿਚਾਰਾਂ ਦੀ ਸਾਂਝ ਕਰਕੇ ਅਸੀਂ ਇਸ ਥਾਂ ਤੇ ਪਹੁੰਚੇ ਹਾਂ। ਨਵੰਬਰ 2022 ਦੇ ਵਿੱਚ ਅਸੀਂ 50 ਸਾਲਾ ਸਥਾਪਨਾ ਦਿਵਸ ਨੂੰ ਮਨਾਉਣ ਜਾ ਰਹੇ ਹਾਂ। ਸੋ ਇਹ ਜਿਹੜੀ ਲੜੀ ਸਾਡੀ ਸਮਾਗਮਾਂ ਦੀ ਇਹ ਸਾਰੀ ਅਸੀਂ ਉਸ ਨੂੰ ਸਮਰਪਿਤ ਕੀਤੀ ਹੋਈ ਹੈ। ਹੁਣੇ ਅਸੀਂ 5 ਤਰੀਕ ਨੂੰ ਸੰਗਰੂਰ ਵਿਖੇ ਸਕੂਲ ਦੇ ਵਿੱਚ ਵਾਤਾਵਰਣ ਦੇ ਵਿਸ਼ੇ ਤੇ ਜੋ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਸਾਨੂੰ ਪ੍ਰੇਰਨਾ ਹੈ ਵਾਤਾਵਰਣ ਦੀ ਸੰਭਾਲ, ਉਹਨਾਂ ਦਾ ਅਸੀਂ ਇੱਕ ਮਹੀਨੇ ਦਾ ਇੱਕ ਲੜੀ ਦਾ ਸਮਾਗਮ ਸ਼ੁਰੂ ਕੀਤਾ ਹੈ 14 ਮਾਰਚ ਤੱਕ। ਉਹਨਾਂ ਦੀ ਜੀਵਨ ਪ੍ਰੇਰਨਾ ਨੂੰ ਲੈ ਕੇ ਵਾਤਾਵਰਣ ਦੀ ਸੰਭਾਲ ਤੇ ਅਸੀਂ ਪੋਸਟਰ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਨਾਲ ਹੀ ਇੱਕ ਸੈਮੀਨਾਰ ਜਿਹੜਾ ਹੈ ਉਹ ਆਯੋਜਿਤ ਕੀਤਾ ਹੈ। ਸੋ ਅੱਜ ਦਾ ਜਿਹੜਾ ਸਮਾਗਮ ਹੈ ਇਹ ਵੀ ਜਿਹੜਾ ਆਪਾਂ ਇਸਤਰੀ ਦਿਵਸ ਨੂੰ ਸਮਰਪਿਤ ਸਾਡੇ 50 ਸਾਲਾ ਸਥਾਪਨਾ ਦਿਵਸ ਨੂੰ ਕਰ ਰਹੇ ਹਾਂ। ਸੋ ਜੇਕਰ ਕਰੀਏ ਇਸਤਰੀ ਦੀ ਗੱਲ, ਵੱਖੋ ਵੱਖਰੇ ਵਿਸ਼ਿਆਂ ਤੇ ਤਾਂ ਬੁਲਾਰੇ ਤੁਹਾਡੇ ਨਾਲ ਸਾਂਝੇ ਕਰਨਗੇ, ਪਰ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਇੱਕ ਸਿੱਖ ਇਤਿਹਾਸ ਦੇ ਵਿੱਚ ਅਸੀਂ ਸਿੱਖ ਇਤਿਹਾਸ ਦੇ ਪਰਿਵਾਰ ਦੇ ਵਿੱਚ ਪੈਦਾ ਹੋਏ ਹਾਂ। ਸਾਨੂੰ ਗੁੜਤੀ ਇੱਥੇ ਮਿਲੀ ਹੈ। ਸਾਨੂੰ ਇੱਥੇ ਗੁਣ ਜਿਹੜੇ ਮਿਲੇ ਨੇ ਉਹਨਾਂ ਦੇ ਆਧਾਰ ਤੇ ਅਸੀਂ ਜੋ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਿਸਨੇ ਕੀਤੇ ਜੀ? ਕੋਈ ਦੱਸ ਸਕਦਾ? ਗੁਰੂ ਨਾਨਕ ਸਾਹਿਬ ਦੇ ਦਰਸ਼ਨ ਪਹਿਲਾਂ ਕਿਸੇ ਬੀਬੀ ਨੇ ਕੀਤੇ? ਕਿਸੇ ਨੂੰ ਪਤਾ ਹੋਵੇ? ਹਾਂਜੀ
ਦੋਹਤਿਆਂ ਦਾ ਹੀ। ਬਿਲਕੁਲ ਜੀ, ਤਾੜੀਆਂ ਮਾਰੋ, ਸ਼ਾਬਾਸ਼। ਕਿੰਨਾ ਵੱਡਾ ਮਾਣ ਜਿਨ੍ਹਾਂ ਨੇ ਸਾਨੂੰ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਦੀ ਗੱਲ ਬਾਅਦ 'ਚ ਕੀਤੀ ਹੈ, ਪਰ ਪਹਿਲਾਂ ਉਹਨਾਂ ਨੂੰ ਉਸ ਨੂੰ ਦਰਸ਼ਨ ਕਰਨ ਦਾ ਸਮਾਂ ਸੁਭਾਗ ਮਿਲਿਆ, ਉਹ ਦੌਲਤਾਂ ਦਾਈ ਨੂੰ ਮਿਲਿਆ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੀ ਗੱਲ ਕਰੀਏ ਤਾਂ ਮਾਤਾ ਖੀਵੀ ਜੀ ਦੀ ਗੱਲ ਉਹਨਾਂ ਦੇ ਇਤਿਹਾਸ 'ਚ ਕਰਾਉਂਦਾ ਹੈ। ਗੁਰੂ ਅਮਰਦਾਸ ਜੀ ਨੇ ਸੱਚੀ ਪ੍ਰਥਾ ਨੂੰ ਖਤਮ ਕੀਤਾ, ਘੁੰਡ ਦੀ ਰਸਮ ਨੂੰ ਖਤਮ ਕੀਤਾ। ਬੀਬੀ ਭਾਨੀ ਜੀ ਦਾ ਸਾਡੇ ਲਈ ਕਿਤਨਾ ਵੱਡਾ ਉਹਨਾਂ ਸੇਵਾ ਦਾ ਪੁੰਜ। ਕਹਿਣ ਦਾ ਮਤਲਬ ਗੁਰੂ ਸਾਹਿਬ ਦੇ ਸਾਰੇ ਜੀਵਨ, ਸਾਰੇ ਆਪਣੇ ਗੁਰੂ ਪਾਤਸ਼ਾਹ ਨੂੰ ਜੇ ਇਤਿਹਾਸ ਨੂੰ ਬਾਚੀਏ ਤਾਂ ਉਹਨਾਂ ਵਿੱਚ ਪ੍ਰਮੁੱਖ ਜਿਹੜੀ ਆ ਸੇਵਾਵਾਂ ਦੇ ਰੋਲ ਨੇ ਉਹ ਬੀਬੀਆਂ ਨੇ ਅਦਾ ਕੀਤਾ ਹੈ। ਮਾਤਾ ਗੁਜਰੀ ਜੀ ਨੂੰ ਕੌਣ ਨਹੀਂ ਜਾਣਦਾ। ਅਜਿਹੀ ਮਾਂ, ਸ਼ਹੀਦ ਦੀ ਮਾਂ, ਸ਼ਹੀਦ ਦੀ ਦਾਦੀ, ਆਪਾਂ ਕੀ ਉਹਨੂੰ ਕਿਹਾ ਸੀ, ਸ਼ਹੀਦ ਪਤਨੀ, ਸਾਰਾ ਹੀ ਜਿਹੜਾ ਹੈ ਪਾਤਸ਼ਾਹ ਨੇ ਉਹਨਾਂ ਨੇ ਝੋਲੀ 'ਚ ਪਾਇਆ ਮਾਤਾ ਗੁਜਰੀ ਦੀ। ਕਿ ਮਾਤਾ ਸਾਹਿਬ ਕੌਰ ਨੇ ਅੰਮ੍ਰਿਤ ਸੰਚਾਰ ਵਿਖੇ ਕਰਨ ਵੇਲੇ ਆਪਣੀ ਮਿਠਾਸ ਜਿਹੜੀ ਹੈ ਉਹ ਸਾਨੂੰ ਬਖਸ਼ੀ ਹੈ ਅੰਮ੍ਰਿਤ ਦੇ ਨਾਲ। ਇਸ ਤੋਂ ਬਿਨਾਂ ਹੋਰ ਵੀ ਅਨੇਕ ਬੀਬੀਆਂ ਮਾਈ ਭਾਗੋ ਜਿਸ ਨੇ ਉਹਨਾਂ 40 ਸਿੰਘਾਂ ਨੂੰ ਲਲਕਾਰਿਆ ਤੇ ਫਿਰ ਉਹਨਾਂ ਦੇ ਬਦੌਲਤ ਖਿਦਰਾਨੇ ਢਾਬ ਤੇ ਉਹ ਜੰਗ ਹੋਈ। ਸੋ ਕਹਿਣ ਦਾ ਮਤਲਬ ਅੱਜ ਸਾਨੂੰ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਮਾਈ ਭਾਗੋ ਦੇ ਵਾਰਸ, ਮਾਤਾ ਗੁਜਰੀ ਦੇ ਵਾਰਸ ਬਣ ਕੇ ਆਪਣੀ ਜਿਹੜੀ ਗੱਲ ਅਸੀਂ ਕਰਾਂਗੇ ਅੱਗੇ ਮਤੀਆਂ ਦੇ ਰੂਪ ਵਿੱਚ, ਉਹਨੂੰ ਅਸੀਂ ਆਪਣੇ ਅਖਤਿਆਰ ਕਰੀਏ, ਅਪਣਾਉਣ ਦੀ ਜਿਹੜੀ ਹੈ ਉਹ ਕਰੀਏ। ਸੋ ਮੈਂ ਬਹੁਤ ਸਮਾਂ ਲੈਂਦੇ ਹਾਂ ਕਿ ਸਾਡੇ ਪਾਸ ਬੁਲਾਰੇ ਵੀ ਕਾਫੀ ਪਹੁੰਚੇ ਨੇ ਤੇ ਬੁਲਾਰਿਆਂ ਨੂੰ ਬੇਨਤੀ ਵੀ ਕਰਾਂਗਾ ਕਿ 10 ਜਾਂ 15 ਮਿੰਟ ਦੀ ਜਿਹੜੀ ਆਪਣੀ ਤੇ ਵਿਚਾਰ ਹੈ ਉਹ ਤੁਸੀਂ ਜੋ ਸਾਂਝੀ ਕਰੋ। ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਕੁਲਵੰਤ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵੱਲੋਂ ਆਪਣੇ ਵਿਚਾਰ ਸਵਾਗਤੀ ਸ਼ਬਦ ਤੁਹਾਡੇ ਨਾਲ ਸਾਂਝੇ ਕਰਨ। ਡਾਕਟਰ ਕੁਲਵੰਤ ਕੌਰ ਜੀ। ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਸਮਾਗਮ ਦੇ ਵਿੱਚ ਆਪਣੀ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਟਿਊਸ਼ਨ ਵਿਖੇ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਦੀਸ਼ ਕੌਰ ਜੀ, ਜੋ ਪ੍ਰਿੰਸੀਪਲ ਨੇ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਂਕ ਵਿਖੇ, ਉਹਨਾਂ ਦੇ ਨਾਲ ਪ੍ਰੋਫੈਸਰ ਹਰਵਿੰਦਰ ਕੌਰ, ਪ੍ਰੋਫੈਸਰ ਨਰਿੰਦਰ ਸਿੰਘ, ਪ੍ਰੋਫੈਸਰ ਸੁਰਿੰਦਰਪਾਲ ਕੌਰ ਰਸੀਆ, ਤੇ ਖਾਸ ਤੌਰ ਤੇ ਜਿਨ੍ਹਾਂ ਦੇ ਕਾਰਨ ਮੈਂ ਇਸ ਸੰਸਥਾ ਨਾਲ ਜੁੜੀ ਹਾਂ, ਪ੍ਰੋਫੈਸਰ ਸੁਰਿੰਦਰਪਾਲ ਸਿੰਘ ਜੀ ਸਿੱਦਕੀ, ਤੇ ਉਹਨਾਂ ਦੇ ਨਾਲ ਵੀਰ ਜੀ ਲਾਭ ਸਿੰਘ, ਜਿਨ੍ਹਾਂ ਨਾਲ ਮੈਂ ਬਹੁਤ ਸਾਰੇ ਕੈਂਪ ਨੇ ਪਹਿਲਾਂ ਬੱਚਿਆਂ ਦੇ ਲਾ ਚੁੱਕੀ ਹਾਂ। ਉਸ ਤੋਂ ਇਲਾਵਾ ਇਸ ਸੰਸਥਾ ਦੇ ਜਿੰਨੇ ਵੀ ਪ੍ਰਚਾਰਕ ਵੀਰ ਇੱਥੇ ਪਹੁੰਚੇ ਨੇ, ਸਰ ਆਏ ਨੇ ਪਰਮਿੰਦਰ ਸਰ ਸਕੂਲ ਤੋਂ, ਇਹਨਾਂ ਸਾਰਿਆਂ ਦਾ ਸਾਡੀ ਸੰਸਥਾ ਵਿੱਚ ਪਹੁੰਚਣ ਤੇ ਮੈਂ ਤਹਿ ਦਿਲੋਂ ਇਹਨਾਂ ਨੂੰ ਜੀ ਆਇਆਂ ਆਖਦੀ ਹਾਂ, ਜਿਨ੍ਹਾਂ ਨੇ ਸਾਡੇ ਕਾਲਜ ਨੂੰ ਚੂਜ਼ ਕੀਤਾ। ਔਰ ਸਾਨੂੰ ਪਤਾ ਹੈ ਕਿ ਸਾਡੇ ਇੱਥੇ ਭਾਵੇਂ ਕੋਈ ਵੀ ਕੋਰਸ ਹੈ ਉਹਦੇ ਵਿੱਚ ਕੁੜੀਆਂ ਦੀ ਗਿਣਤੀ ਹੈ ਜਿਹੜੀ ਉਹ ਜ਼ਿਆਦਾ ਹੈ, ਤੇ ਸਾਡਾ ਸਟਾਫ ਹੈ ਜਿਹੜਾ ਉਹ ਵੀ ਮੋਸਟਲੀ ਫੀਮੇਲ ਸਟਾਫ ਹੈ ਜਿਹੜਾ ਉਹ ਜ਼ਿਆਦਾ। ਸੋ ਇਸ ਕਰਕੇ ਇੱਥੇ ਇੱਕ ਵਾਰੀ ਮੈਂ ਫਿਰ ਤੋਂ ਆਪਣੀ ਮੈਨੇਜਮੈਂਟ ਵੱਲੋਂ, ਆਪਣੇ ਸਟਾਫ ਵੱਲੋਂ, ਆਪਣੇ ਵਿਦਿਆਰਥੀਆਂ ਵੱਲੋਂ ਸਾਰੇ ਪਹੁੰਚੇ ਹੋਏ ਮਹਿਮਾਨਾਂ ਨੂੰ ਬਹੁਤ ਦਿਲ ਤੋਂ ਜੀ ਆਇਆਂ ਆਖਦੀ ਹਾਂ, ਕਿਉਂਕਿ ਅੱਜ ਸਾਡੇ ਵਿਦਿਆਰਥੀਆਂ ਨੂੰ, ਸਾਡੇ ਸਟਾਫ ਨੂੰ ਬਹੁਤ ਕੁਛ ਵਧੀਆ ਜਿਹੜਾ ਉਹ ਸੁਣਨ ਨੂੰ ਮਿਲੇਗਾ, ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਅਸੀਂ ਉਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਾਂਗੇ। ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ, ਜਿਹਦੇ ਬਾਰੇ ਵੱਖ-ਵੱਖ ਬੁਲਾਰੇ ਨੇ ਜਿਹੜੇ ਬੋਲਣਗੇ, ਵੱਖੋ ਵੱਖਰੇ ਵਿਸ਼ੇ ਲੈਣਗੇ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗੀ। ਮੈਂ ਇੰਨਾ ਹੀ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਤੇ ਆਪਾਂ ਸਾਰਿਆਂ ਨੂੰ ਸਵਾਲ ਕਰਾਂਗੇ ਕਿ ਅੰਤਰਰਾਸ਼ਟਰੀ ਦਿਵਸ ਕਿਉਂ ਮਨਾਇਆ ਜਾਂਦਾ? ਔਰਤ ਦਿਵਸ ਹੀ ਕਿਉਂ ਮਨਾਇਆ ਜਾਂਦਾ? ਮਰਦ ਦਿਵਸ ਕਿਉਂ ਨਹੀਂ ਮਨਾਇਆ ਜਾਂਦਾ? ਇੱਥੋਂ ਹੀ ਪਤਾ ਲੱਗ ਜਾਂਦਾ ਕਿ ਜੇ ਸਾਡਾ ਦਿਨ ਮਨਾਇਆ ਜਾਂਦਾ ਤਾਂ ਇਹਦਾ ਮਤਲਬ ਸਾਡੇ ਨਾਲ ਕਿਤੇ ਨਾ ਕਿਤੇ ਧੱਕਾ ਹੋਇਆ।
ਸਾਡੇ ਲਈ ਰਾਖਵਾਂਕਰਨ ਰੱਖਿਆ ਜਾਂਦਾ ਹੈ, ਬੱਸਾਂ 'ਚ ਰੱਖਿਆ ਜਾਂਦਾ ਹੈ, ਰਾਜਨੀਤੀ 'ਚ ਰੱਖਿਆ ਜਾਂਦਾ ਹੈ, ਹਰ ਥਾਂ ਤੇ ਰੱਖਿਆ ਜਾਂਦਾ ਹੈ। ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਦੱਬੇ ਕੁਚਲੇ ਵਰਗ ਦੇ ਵਿੱਚੋਂ ਰਹੀਆਂ ਸੀ। ਸੋ ਸਾਨੂੰ ਮਾਣ ਹੈ, ਬਹੁਤ ਆਪਣੇ ਆਪ ਤੇ ਫਖਰ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਧਰਮ ਦੇ ਵਿੱਚ ਪੈਦਾ ਹੋਏ ਜਿਨ੍ਹਾਂ ਨੇ ਇਸ ਦੱਬੀ ਕੁਚਲੀ ਮਾਨਸਿਕਤਾ ਜਿਹੜੀ ਉਹਦੇ ਵਿੱਚੋਂ ਇਸਤਰੀ ਨੂੰ ਕੱਢਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਤੇ ਹਾਂ ਦਾ ਨਾਰਾ ਮਾਰਿਆ ਕਿ ਇਸਤਰੀਆਂ ਦੇ ਨਾਲ ਜਿਸ ਤਰ੍ਹਾਂ ਦਾ ਵੀ ਧੱਕਾ ਹੋ ਰਿਹਾ ਸੀ ਉਹ ਕਿਉਂ ਹੋ ਰਿਹਾ ਸੀ। ਸੋ ਇਹ ਦਿਵਸ ਨੇ ਜਿਹੜੇ ਇਸੇ ਤਰ੍ਹਾਂ ਹੀ ਮਨਾਏ ਜਾਣਗੇ ਕਿਉਂਕਿ ਸਾਨੂੰ ਹੁਣ ਪੂਰੀ ਖੁੱਲ੍ਹ ਦਿੱਤੀ ਗਈ ਹੈ, ਸਾਨੂੰ ਬਰਾਬਰਤਾ ਦਿੱਤੀ ਗਈ ਹੈ, ਬਰਾਬਰ ਦਾ ਮਾਣ ਬਖਸ਼ਿਆ ਗਿਆ ਹੈ। ਇਹ ਸਾਡੀਆਂ ਸਰਕਾਰਾਂ ਨੇ ਜਾਂ ਸਾਡੀ ਰਾਜਨੀਤੀ ਨੇ ਤਾਂ ਸਾਨੂੰ ਹੁਣ ਦਿੱਤਾ ਹੈ, ਪਰ ਸਾਡੇ ਗੁਰੂ ਜੀ ਨੇ ਸਾਨੂੰ ਸ਼ੁਰੂ ਤੋਂ ਹੀ ਬਰਾਬਰ ਦਾ ਦਰਜਾ ਜਿਹੜਾ ਉਹ ਦਿੱਤਾ ਸੀ। ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਪਰ ਅੱਜ ਅਸੀਂ ਇਹ ਸੋਚਣਾ ਕਿ ਜੇ ਸਾਨੂੰ ਬਰਾਬਰਤਾ ਦਿੱਤੀ ਗਈ ਹੈ ਤਾਂ ਅਸੀਂ ਇਸ ਬਰਾਬਰਤਾ ਨੂੰ ਕਿਸ ਤਰ੍ਹਾਂ ਕਾਇਮ ਰੱਖਣਾ। ਬਰਾਬਰਤਾ ਸਿਰਫ ਇਹ ਨਹੀਂ ਕਿ ਅਸੀਂ ਉਹੋ ਜਿਹੇ ਕੱਪੜੇ ਪਾ ਲੈਣੇ ਨੇ, ਉਸ ਤਰ੍ਹਾਂ ਬੋਲਣਾ ਹੈ, ਉਸ ਤਰ੍ਹਾਂ ਦੀ ਐਜੂਕੇਸ਼ਨ ਲੈਣੀ ਹੈ। ਬਰਾਬਰਤਾ ਇਹ ਹੈ ਕਿ ਅਸੀਂ ਆਪਣੀ ਮਾਨਸਿਕਤਾ ਨੂੰ ਵੀ ਉਸ ਤਰੀਕੇ ਦਾ ਰੱਖਣਾ ਹੈ। ਅੱਜ ਸਮਾਜ ਦੇ ਵਿੱਚ ਜੋ ਹੋ ਰਿਹਾ ਬਹੁਤ ਹੀ ਚਿੰਤਾਜਨਕ ਹੈ ਤੇ ਜੇ ਅਸੀਂ ਇਸ ਤਰ੍ਹਾਂ ਦੇ ਹਾਲਾਤਾਂ 'ਚ ਆਪਣੇ ਆਪ ਨੂੰ ਨਾ ਸੰਭਲੇ ਤਾਂ ਸ਼ਾਇਦ ਸਾਡੀ ਇਹ ਬਰਾਬਰਤਾ ਪਤਾ ਨਹੀਂ ਸਾਨੂੰ ਕਿੱਥੇ ਲੈ ਜਾਏ। ਅਸੀਂ ਉਹਦੇ ਗਲਤ ਮਤਲਬ ਕੱਢ ਲਏ ਨੇ। ਬੇਸ਼ੱਕ ਮੈਂ ਵੀ ਇੱਕ ਔਰਤ ਹਾਂ, ਔਰਤ ਹੋਣ ਦੇ ਨਾਤੇ ਸਾਡੇ ਕੀ ਫਰਜ਼ ਨੇ। ਸਾਨੂੰ ਖੁੱਲ੍ਹ ਦਿੱਤੀ ਗਈ ਹੈ, ਖੁੱਲ੍ਹ ਦਿੱਤੀ ਗਈ ਹੈ ਤੇ ਉਸ ਖੁੱਲ੍ਹ ਨੂੰ ਸਾਨੂੰ ਸੁਚੱਜੇ ਢੰਗ ਦੇ ਨਾਲ ਉਸ ਖੁੱਲ੍ਹ ਦੀ ਵਰਤੋਂ ਹੈ ਜਿਹੜੀ ਕੀਤੀ ਜਾਣੀ ਚਾਹੀਦੀ ਹੈ। ਸਾਡੇ ਵੱਲੋਂ ਵੀ ਸਾਨੂੰ ਬਰਾਬਰਤਾ ਦਿੱਤੀ ਗਈ ਹੈ ਬਰਾਬਰ ਬੋਲਣ ਦੀ। ਬਰਾਬਰ ਬੋਲਣ ਦਾ ਮਤਲਬ ਇਹ ਨਹੀਂ ਕਿ ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ, ਉਹ ਸਾਨੂੰ ਪਤਾ ਹੋਣਾ ਚਾਹੀਦਾ। ਕਿਸ ਤਰ੍ਹਾਂ ਦਾ ਸਾਡਾ ਸਮਾਜ ਹੈ ਜਿਹੜਾ ਗਰਕ ਰਿਹਾ ਹੈ, ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਪੈਦਾ ਹੋਏ ਨੇ, ਉਹ ਭਾਵੇਂ ਅਸੀਂ ਸਮਾਜਿਕ ਲੈ ਲਈਏ, ਆਰਥਿਕ ਲੈ ਲਈਏ, ਰਾਜਨੀਤਿਕ ਲੈ ਲਈਏ, ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਇਹ ਬਰਾਬਰਤਾ ਅਸੀਂ ਉਹਦੀ ਸਹੀ ਵਰਤੋਂ ਨਹੀਂ ਕਰ ਰਹੇ। ਸਾਨੂੰ ਜਿੱਥੇ ਸਾਡੇ ਗੁਰੂ ਜੀ ਨੇ ਬਰਾਬਰਤਾ ਦਿੱਤੀ ਸੀ, ਸਾਨੂੰ ਉੱਥੇ ਸ਼ਰਮ ਹਿਆ ਨਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੀ ਸਾਨੂੰ ਦੱਸੀਆਂ ਸੀ, ਜੋ ਸਾਡੇ ਸੰਸਕਾਰਾਂ ਦੇ ਵਿੱਚੋਂ ਮਨਫੀ ਹੁੰਦੀਆਂ ਜਾ ਰਹੀਆਂ ਨੇ। ਸਾਨੂੰ ਆਪਣੇ ਸੰਸਕਾਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਇੱਕ ਦਾਇਰੇ ਦੇ ਅੰਦਰ ਰਹਿ ਕੇ, ਮੈਂ ਨਹੀਂ ਕਹਿੰਦੀ ਕਿ ਸਾਡੀ ਮਾਨਸਿਕਤਾ ਗੁਲਾਮ ਹੋਣੀ ਚਾਹੀਦੀ ਹੈ, ਪਰ ਸਾਡੇ ਅਧਿਕਾਰਾਂ ਦੇ ਨਾਲ ਨਾਲ ਸਾਡੇ ਫਰਜ਼ ਕੀ ਨੇ, ਸਾਨੂੰ ਉਹਨਾਂ ਬਾਰੇ ਵੀ ਪੂਰਨ ਤੌਰ ਤੇ ਜਾਗਰੂਕ ਹੋਣਾ ਚਾਹੀਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਹਾਂ, ਕਿਸ ਨਾਲ ਗੱਲ ਕਰ ਰਹੇ ਹਾਂ, ਕੀ ਸਿਚੁਏਸ਼ਨ ਹੈ ਤੇ ਉੱਥੇ ਅਸੀਂ ਕਿਸ ਤਰ੍ਹਾਂ ਪੇਸ਼ ਆਉਣਾ ਹੈ। ਤੁਸੀਂ ਵਿਦਿਆਰਥੀ ਹੋ, ਵਿਦਿਆਰਥੀਆਂ ਨੂੰ ਵੀ ਅਸੀਂ ਆਮ ਤੌਰ ਤੇ ਇੱਥੇ ਕੋ ਐਜੂਕੇਸ਼ਨ ਹੈ, ਤੁਹਾਨੂੰ ਬਰਾਬਰ ਦੇ ਹੱਕ ਦਿੱਤੇ ਹੋਏ ਨੇ, ਪਰ ਕਿਤੇ ਨਾ ਕਿਤੇ ਤੁਹਾਨੂੰ ਵਾਰ-ਵਾਰ ਟੋਕਣਾ ਪੈਂਦਾ, ਰੋਕਣਾ ਪੈਂਦਾ, ਕੁਝ ਕਹਿਣਾ ਪੈਂਦਾ। ਤਾਂ ਉੱਥੇ ਤੁਸੀਂ ਸੋਚਿਆ ਕਰੋ ਕਿ ਅਸੀਂ 6 ਘੰਟੇ ਜੇ ਇੱਥੇ ਆਏ ਹਾਂ ਤਾਂ ਸਾਡੇ ਮਾਂ-ਬਾਪ ਇਹ ਨੇ, ਅਸੀਂ ਇੱਥੇ ਕਿਸ ਤਰ੍ਹਾਂ ਦਾ ਬਿਹੇਵ ਕਰਨਾ, ਕਿਸ ਤਰੀਕੇ ਦੇ ਨਾਲ ਰਹਿਣਾ, ਕਿਸ ਤਰ੍ਹਾਂ ਅਸੀਂ ਆਪਣੀ ਆਜ਼ਾਦੀ ਨੂੰ ਮੰਨਣਾ ਹੈ। ਜੇ ਕੋ ਐਜੂਕੇਸ਼ਨ ਹੈ ਤਾਂ ਉਹਦੇ ਵਿੱਚ ਵੀ ਅਸੀਂ ਕਿਸੇ ਦਾਇਰੇ 'ਚ ਰਹਿਣਾ ਹੈ। ਤੁਹਾਨੂੰ ਵਾਰ-ਵਾਰ ਕਿਹਾ ਜਾਂਦਾ ਕਿ ਇੰਡੀਵਿਜੂਅਲ ਹੈ ਜਿਹੜਾ ਤੁਸੀਂ ਨਹੀਂ ਬੈਠ ਸਕਦੇ, ਗਰੁੱਪ ਦੇ ਵਿੱਚ ਬੈਠੋ, ਗੱਪਾਂ ਮਾਰੋ, ਕੁਝ ਵੀ ਕਰੋ, ਫੋਨ ਦੀ ਸੁਚੱਜੀ ਵਰਤੋਂ ਕਰੋ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਇੱਕ ਸਲੀਕੇ ਦੇ ਵਿੱਚ ਹੀ ਆਉਂਦੀਆਂ ਨੇ। ਸੋ ਸਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਹੈ, ਔਰਤ ਹੋਣ ਤੇ ਮਾਣ ਹੋਣਾ ਚਾਹੀਦਾ ਹੈ। ਸਮਾਜ ਦੀ ਜਿਹੜੀ ਸੋਚ ਹੈ ਉਸ ਨੂੰ ਅਸੀਂ ਤਾਂ ਹੀ ਬਦਲ ਸਕਦੇ ਹਾਂ ਜੇ ਅਸੀਂ ਪਹਿਲਾਂ ਆਪਣੀ ਸੋਚ ਨੂੰ ਬਦਲਾਂਗੇ। ਜੋ ਕੁੜੀਆਂ ਬਾਰੇ ਉਹਨਾਂ ਦੀ ਸੋਚ ਸੀ ਕਿ ਕੁੜੀ ਦਾ ਪੈਦਾ ਹੋਣਾ ਜਿਹੜਾ ਉਹ ਚੰਗਾ ਨਹੀਂ ਸੀ ਸਮਝਿਆ ਜਾਂਦਾ, ਜੇ ਅਸੀਂ ਆਪਣੇ ਆਪ ਨੂੰ ਨਹੀਂ ਸੰਭਲਾਂਗੇ, ਆਪਣੇ ਫਰਜ਼ਾਂ ਦੀ ਸਹੀ ਵਰਤੋਂ ਨਹੀਂ ਕਰਾਂਗੇ, ਤਾਂ ਫਿਰ ਉਸ ਤਰ੍ਹਾਂ ਦੇ ਹਾਲਾਤ ਦੁਬਾਰੇ ਤੋਂ ਅਸੀਂ ਉਸ ਗੁਲਾਮੀ ਵੱਲ ਵੱਧ ਜਾਵਾਂਗੇ ਜਾਂ ਇੰਨੇ ਕੁ ਭਿਆਨਕ ਸਿੱਟੇ ਨਿਕਲਣਗੇ ਕਿ ਜੋ ਵਧੀਆ ਨਹੀਂ ਹੋਣਗੇ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦੀ ਹੋਈ, ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗੀ ਕਿਉਂਕਿ ਬੁਲਾਰੇ ਜ਼ਿਆਦਾ ਨੇ। ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਤਹਿ ਦਿਲੋਂ ਜੀ ਆਇਆਂ ਆਖਦੀ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਧੰਨਵਾਦ ਡਾਕਟਰ ਕੁਲਵੰਤ ਕੌਰ ਜੀਓ। ਇੱਕ ਹੋਰ ਸਾਡੇ ਵਿਚਕਾਰ ਜੋ ਪਹੁੰਚੇ ਨੇ ਵੀਰ ਸਰਦਾਰ ਗੁਰਜਿੰਦਰ ਸਿੰਘ ਜੀ ਰਸੀਆ,
ਰਸੀਆ ਪਰਿਵਾਰ ਦੇ ਮੁਖੀ, ਇਹ ਵੀ ਅਧਿਆਪਨ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕਿਤਾਬਾਂ ਬਹੁਤ ਨੇ ਲਿਖ ਰਹੇ ਨੇ, ਖਾਸ ਤੌਰ 'ਤੇ ਕਵਿਸ਼ਰੀ ਦੇ ਆਧਾਰ 'ਤੇ ਇਹਨਾਂ ਦੀਆਂ ਬਹੁਤ ਜਿਹੜੀਆਂ ਨੇ ਬਾਕਮਾਲ ਇਹਨਾਂ ਦੀਆਂ ਰਚਨਾਵਾਂ ਨੇ, ਅਤੇ ਹੋਰ ਵੀ ਸਾਹਿਤਕ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਉਹ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਮੈਂ ਸਤਿਕਾਰ ਕਰਦਾ। ਇਸਤਰੀ ਦਿਵਸ ਦੇ ਉੱਤੇ ਕੁਝ ਸਤਰਾਂ ਮੇਰੇ ਕੋਲ ਪਹੁੰਚੀਆਂ ਕਿ ਨਾ ਦਿਆ ਕਰ ਪੁਰਾਣੇ ਭਾਸ਼ਣ ਕਿ ਅਸੀਂ ਕਮਜ਼ੋਰ ਹਾਂ, ਹੁਣ ਤਾਂ ਮਰਦ ਦੇ ਬਰਾਬਰ ਕੀ ਕਿਤੇ ਅੱਗੇ ਹਾਂ ਧੋਰ ਹਾਂ। ਤੂੰ ਸੁਣਿਆ ਨਹੀਂ ਤੂੰ ਸੱਚ ਕੀ ਸੁਣੇਗਾ, ਖੈਰ ਮੈਂ ਯਾਦ ਦਿਵਾਉਂਦੀ ਹਾਂ ਪੁਲਾੜ 'ਚ ਉੜਦੀ ਕਲਪਨਾ ਚਾਵਲਾ, ਵਿਲੀਅਮ ਦੀਆਂ ਬਾਤਾਂ, ਲੱਖਾਂ ਅਨਾਥਾਂ ਦੀ ਮਾਂ ਮਦਰ ਟਰੇਸਾ, IPS ਕਿਰਨ ਬੇਦੀ, ਹੋਰ ਸੁਣਨਾ ਮਾਤਾ ਤ੍ਰਿਪਤਾ, ਬਾਬੇ ਨਾਨਕ ਦੀ ਜਨਨੀ, ਭੈਣ ਨਾਨਕੀ, ਲੰਗਰ ਸੇਵਾ ਕਰਦੀ ਮਾਂ ਖੇਵੀ, ਮਾਤਾ ਗੰਗਾ ਤੇ ਮਾਤਾ ਗੁਜਰੀ। ਸਾਰਾ ਕੁਝ ਵਾਰ ਦਿੱਤਾ ਸੀ, ਸਾਰਾ ਕੁਝ ਵਾਰ ਦਿੱਤਾ ਸੀ। ਆਓ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ, ਜਿੱਥੇ ਮੈਂ ਸਮਝਦਾ ਕਿ ਸਾਡੇ ਬੁਲਾਰਿਆਂ ਨੇ ਗੱਲ ਕਰਨੀ ਹੈ, ਤੇ ਮੈਂ ਸਮਝਦਾ ਜੇਕਰ ਤੁਹਾਡੀ ਵਿੱਚ ਪਾਰਟੀਸਪੇਸ਼ਨ ਨਹੀਂ ਹੋਵੇਗੀ ਤਾਂ ਸਾਡਾ ਇਸ ਸਮਾਗਮ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਘਰ ਮਹਿਸੂਸ ਕਰਾਂਗੇ। ਤੁਹਾਡੇ ਸਮਾਗਮ ਨਾਲ ਸਾਡੀ ਹੋਰ ਗ੍ਰੇਸ ਵਧੇਗੀ। ਸੋ ਅਸੀਂ ਕੋਈ ਜਿਹੜੀਆਂ ਇੱਥੇ ਕਾਲਜ ਦੀਆਂ ਵਿਦਿਆਰਥਣਾਂ ਨੇ, ਉਹਨਾਂ ਨੂੰ ਵੀ ਵਾਰੀ ਆਪਾਂ ਨੂੰ ਕਵਿਤਾ, ਗੀਤ, ਜੋ ਉਹਨਾਂ ਦੇ ਵਿਚਾਰ ਨੇ ਉਹ ਵੀ ਨਾਲ ਆਪਾਂ ਸੁਣਦੇ ਜਾਣਾ, ਤਾਂ ਕਿ ਬੁਲਾਰੇ ਵੀ ਜਿਹੜੇ ਹੈ ਬੋਲਣਗੇ ਤੇ ਵਿੱਚੋਂ ਗੈਪ ਦੇ ਵਿੱਚ ਆਪਾਂ ਉਹਨਾਂ ਦੀ ਵੀ ਗੱਲ ਸੁਣੀਏ। ਸੋ ਆਪਾਂ ਮਨਪ੍ਰੀਤ ਕੌਰ +2 ਕਵਿਤਾ +2 ਦੀ ਵਿਦਿਆਰਥਣ ਹੈ, ਮਨਪ੍ਰੀਤ ਕੌਰ। ਇਸ ਤੋਂ ਬਾਅਦ ਰਿਪਨਦੀਪ ਕੌਰ ਵੀ ਨੇੜੇ ਆ ਜਾਵੇ, ਉਹਦੀ ਵੀ ਕਵਿਤਾ ਹੈ। ਉਸ ਤੋਂ ਬਾਅਦ ਸਾਡੇ ਪਹਿਲੇ ਬੁਲਾਰੇ ਤੁਹਾਡੇ ਰੂਬਰੂ ਹੋਣਗੇ। ਮਨਪ੍ਰੀਤ ਕੌਰ +2 ਕਵਿਤਾ ਦੀ ਤੇ ਰਿਪਨਦੀਪ ਕੌਰ ਤੇ ਆਦਿ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਇਸਤਰੀ ਦਿਵਸ ਦੇ ਮੌਕੇ ਤੇ ਤੁਹਾਡੇ ਸਾਰੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨਾ ਚਾਹੁੰਦੀ ਹਾਂ। ਦੱਬ ਕੇ ਰਹਿਣਾ ਸਿੱਖ ਲਈ, ਚੰਨ ਤੱਕ ਵੀ ਪਰੀਆਂ ਉਡਾਰੀਆਂ ਨੇ, ਥੱਕ ਹਰ ਪੈਰ ਪਿੱਛੇ ਨਾ ਮੋੜੀ, ਤੂੰ ਤਾਂ ਕੱਲੀ ਨੇ ਜੰਗਾਂ ਸਿਰੇ ਚਾੜੀਆਂ ਨੇ। ਤੇਰੇ ਖੂਨ ਚ ਗੁੜਤੀ ਉਸ ਰਾਣੀ ਦੀ, ਤੇਰੇ ਖੂਨ ਚ ਗੁੜਤੀ ਉਸ ਰਾਣੀ ਦੀ, ਜੋ ਇਕਹਿਰੀ ਲੜੀ ਸੀ ਵਿੱਚ ਮੈਦਾਨੀ, ਰੂਹ ਚੋਂ ਨਾ ਵਿਸਾਰ ਗਈ ਉਸ ਬੇਦੀ ਦੇ ਹੌਸਲੇ ਦੀ ਕਹਾਣੀ, ਰੂਹ ਚੋਂ ਨਾ ਵਿਸਾਰ ਗਈ ਉਸ ਬੇਦੀ ਦੇ ਹੌਸਲੇ ਦੀ ਕਹਾਣੀ। ਪੂਰਾ ਪੂਰਾ ਹੱਕ ਤੇਰਾ ਹਰ ਖੁਸ਼ੀ ਤੇ, ਪੂਰਾ ਪੂਰਾ ਹੱਕ ਤੇਰਾ ਹਰ ਖੁਸ਼ੀ ਤੇ, ਨਾ ਚਾਹ ਆਪਣੇ ਤੂੰ ਦੱਬ ਕੇ ਰੱਖੀ, ਨਾ ਝੁਕੀ ਅੱਗੇ ਕਿਸੇ ਜ਼ਾਲਮ ਦੇ, ਬੇਖੌਫ ਉਹ ਹੌਸਲੇ ਬੁਲੰਦ ਰੱਖੀ। ਦਿਲ ਦੀਆਂ ਸਦਰਾਂ ਦੇ ਖੋਲ ਜ਼ਿੰਦਰੇ, ਦਿਲ ਦੀਆਂ ਸਦਰਾਂ ਦੇ ਖੋਲ ਜ਼ਿੰਦਰੇ, ਗੁਲਾਮ ਸੁਪਨਿਆਂ ਦੀ ਭੁੱਲ ਕਹਾਣੀ, ਚਾਹੇ ਤਾਂ ਹਰ ਸ਼ੈ ਤੇਰੀ ਹੈ, ਕਮਜ਼ੋਰ ਖੁਦ ਨੂੰ ਕਦੇ ਨਾ ਜਾਣੀ। ਤੂੰ ਤਾਂ ਮਾਈ ਭਾਗੋ ਜਿਹੀ ਉਹ ਸ਼ੇਰਨੀ, ਤੂੰ ਤਾਂ ਮਾਈ ਭਾਗੋ ਜਿਹੀ ਉਹ ਸ਼ੇਰਨੀ, ਜੋ ਗੱਜ ਕੇ ਫਤਿਹ ਬੁਲਾਉਂਦੀ ਸੀ, ਜੂਝਦੀ ਸੀ ਲੈ ਨੰਗੀਆਂ ਤਲਵਾਰਾਂ, ਨਾ ਜ਼ਾਲਮ ਅੱਗੇ ਸ਼ੀਸ਼ ਝੁਕਾਉਂਦੀ ਸੀ, ਜੂਝਦੀ ਸੀ ਲੈ ਨੰਗੀਆਂ ਤਲਵਾਰਾਂ, ਨਾ ਜ਼ਾਲਮ ਅੱਗੇ ਸ਼ੀਸ਼ ਝੁਕਾਉਂਦੀ ਸੀ। ਕੋਈ ਹੱਕ ਨਹੀਂ ਕਿਸੇ ਨੂੰ ਤੇਰੇ ਹੱਕ ਖੋਣ ਦਾ, ਕੋਈ ਹੱਕ ਨਹੀਂ ਕਿਸੇ ਨੂੰ ਤੇਰੇ ਹੱਕ ਖੋਣ ਦਾ, ਹਰ ਮੌਕਾ ਤੂੰ ਖੁਦ ਲੜ ਕੇ ਲੈਣਾ, ਸਿਮਰਨ ਦੁਨੀਆ ਹੋਰ ਵੀ ਜ਼ਾਲਮ ਬਣ ਜੂ, ਜੇ ਸਿੱਖ ਗਈ ਤੂੰ ਸਭ ਕੁਝ ਸਹਿਣਾ, ਦੁਨੀਆ ਹੋਰ ਵੀ ਜ਼ਾਲਮ ਬਣ ਜੂ, ਜੇ ਸਿੱਖ ਗਈ ਤੂੰ ਸਭ ਕੁਝ ਸਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼ਾਬਾਸ਼ ਬੇਟਾ ਮਨਪ੍ਰੀਤ ਕੌਰ। ਇਸ ਤੋਂ ਬਾਅਦ ਰਿਪਨਦੀਪ ਕੌਰ ਆਪਣੀ ਕਵਿਤਾ ਲੈ ਕੇ ਆ ਜਾਏ। BA ਦੀ ਵਿਦਿਆਰਥਣ ਹੈ ਰਿਪਨਦੀਪ ਕੌਰ। ਸਤਿਕਾਰਯੋਗ ਪ੍ਰਿੰਸੀਪਲ ਸਹਿਬਾਨ, ਅਧਿਆਪਕ ਅਤੇ ਮੇਰੇ ਪਿਆਰੇ ਸਾਥੀਓ,
ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅੱਜ ਤੁਹਾਡੇ ਸਾਹਮਣੇ ਔਰਤ ਦਿਵਸ ਨੂੰ ਸਮਰਪਿਤ ਇੱਕ ਕਵਿਤਾ ਪੇਸ਼ ਕਰਨ ਲਈ ਤੁਹਾਡੇ ਰੂਬਰੂ ਹੋਈ ਹਾਂ। ਉਮੀਦ ਹੈ ਕਿ ਤੁਹਾਨੂੰ ਸਭ ਨੂੰ ਪਸੰਦ ਆਏਗੀ। ਅੱਜ ਕੱਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ, ਅੱਜ ਕੱਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ, ਹਰ ਇੱਕ ਪੱਖ ਤੋਂ ਧਾਕ ਜਮਾਈ ਸੋਹਣੀ। ਜਿੱਥੇ ਜਿੱਥੇ ਵੀ ਇਸ ਨੇ ਕੰਮ ਕੀਤਾ, ਸਭ ਥਾਂ ਪਾਈ ਹੈ ਵਡਿਆਈ ਸੋਹਣੀ। ਹਰ ਖੇਤਰ ਵਿੱਚ ਮੱਲਾਂ ਮਾਰ ਕੇ ਤੇ ਕੰਮ ਕਰਨ ਦੀ ਸ਼ਕਤੀ ਵਿਖਾਈ ਸੋਹਣੀ। ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬਣ ਕੇ ਦਿੱਤੀ ਲੋਕਾਂ ਤੇ ਤਾਈ ਅਗਵਾਈ ਸੋਹਣੀ। ਸਿੱਖ ਧਰਮ ਅੰਦਰ ਸਦਾ ਹੀ ਬੀਬੀਆਂ ਨੂੰ ਉੱਚਾ ਸੁੱਚਾ ਹਮੇਸ਼ਾ ਸਥਾਨ ਮਿਲਿਆ। ਸੌਕੋ ਮੰਦਾ ਆਖੀਏ ਸ਼ਬਦ ਅੰਦਰ, ਗੁਰਾਂ ਵੱਲੋਂ ਹੈ ਵੱਡਾ ਮਾਣ ਮਿਲਿਆ। ਸਾਰੀ ਬਾਣੀ 'ਚ ਜੀਵ ਇਹ ਇਸਤਰੀ ਹੈ, ਇਹਦੇ ਰਾਹੀਂ ਬ੍ਰਹਮ ਗਿਆਨ ਮਿਲਿਆ, ਇਹਦੇ ਰਾਹੀਂ ਬ੍ਰਹਮ ਗਿਆਨ ਮਿਲਿਆ। ਬੇਬੇ ਨਾਨਕੀ ਤੋਂ ਲੈ ਕੇ ਬੀਬੀਆਂ ਨੂੰ ਸਿੱਖ ਧਰਮ ਦੇ ਵਿੱਚ ਹੈ ਰੁਤਬਾ ਮਹਾਨ ਮਿਲਿਆ। ਕਿਤੇ ਕਿਤੇ ਪਰ ਸਾਡੇ ਸਮਾਜ ਅੰਦਰ ਮਸਲੀ ਜਾ ਰਹੀ ਚੰਬੇ ਦੀ ਕਲੀ ਅੱਜ ਵੀ। ਕੋਈ ਪਾਉਂਦਾ ਹੈ ਤਜਾ ਹੋਏ ਮੂੰਹ ਉੱਤੇ, ਕਿਤੇ ਪਰ ਜੋਬਨ ਦੀ ਸਿਖਰ ਦੁਪਹਿਰ ਭਲੀ ਅੱਜ ਵੀ। ਚਿੰਤਾ ਨਾਲ ਦੁਪਹਿਰ ਇਹ ਢਲੀ ਅੱਜ ਵੀ। ਘਰ ਦੀ ਚਾਰ ਦੀਵਾਰੀ ਦੇ ਵਿੱਚ ਰਹਿ ਕੇ ਸੋਚਾਂ ਫਿਕਰਾਂ 'ਚ ਰਹਿੰਦੀ ਹੈ ਬੜੀ ਅੱਜ ਵੀ। ਪਤਾ ਲੱਗੇ ਜਦ ਬੇਟੀ ਹੈ ਕੁੱਖ ਅੰਦਰ, ਕਰਵਾਉਂਦੇ ਅਸੀਂ ਹਾਂ ਆਪ ਭਰੂਣ ਹੱਤਿਆ। ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਦੋਸ਼ੀ ਮਾਂ ਤੇ ਬਾਪ ਭਰੂਣ ਹੱਤਿਆ। ਸਮਾਜ ਮੱਥੇ ਹੈ ਵੱਡਾ ਕਲੰਕ ਜਾਚਕ, ਸਭ ਤੋਂ ਵੱਡਾ ਸ਼ਰਾਪ ਹੈ ਭਰੂਣ ਹੱਤਿਆ। ਕਿਸੇ ਜਨਮ 'ਚ ਬਖਸ਼ਿਆ ਨਹੀਂ ਜਾਣਾ, ਪਾਪਾਂ ਵਿੱਚੋਂ ਮਹਾਪਾਪ ਭਰੂਣ ਹੱਤਿਆ। ਪਤੀ ਜਿਨ੍ਹਾਂ ਦੇ ਹੋ ਗਏ ਨੇ ਨਸ਼ਈ ਹੋ ਗਏ, ਉਹ ਤਾਂ ਰੱਤ ਦੇ ਹੰਝੂ ਵਗਾਉਂਦੀਆਂ ਨੇ। ਪਤਾ ਨਹੀਂ ਸ਼ਰਾਬੀ ਨੇ ਕਦੋਂ ਆਉਣਾ, ਤਾਰੀਖ ਗਿਣਦਿਆਂ ਰਾਤਾਂ ਲੰਘਾਉਂਦੀਆਂ ਨੇ। ਭਾਂਡੇ ਸਦਾ ਹੀ ਉੱਥੇ ਤਾਂ ਖੜਕਦੇ ਨੇ ਜਿੱਥੇ ਨਸ਼ੇ ਦੀਆਂ ਬੋਤਲਾਂ ਆਉਂਦੀਆਂ ਨੇ। ਪੁੱਤ ਜਿਨ੍ਹਾਂ ਦੇ ਚਿੱਟੇ ਨੇ ਖਾਣ ਲੱਗ ਪਏ, ਉਹ ਤਾਂ ਪੂੰਜ ਦੇ ਵਾਂਗ ਕੁਰਲਾਉਂਦੀਆਂ ਨੇ। ਇੱਜ਼ਤ ਮਾਣ ਫਿਰ ਦੇਣ ਲਈ ਔਰਤਾਂ ਨੂੰ, ਆਪਣੇ ਆਪ ਨੂੰ ਆਪਾਂ ਤਿਆਰ ਕਰੀਏ। ਮਾਈਆਂ ਰੱਬ ਰਜਾਈਆਂ ਵੀ ਕਹਿਣ ਲੋਕੀ, ਇਸ ਗੱਲ ਤੇ ਸੋਚ ਵਿਚਾਰ ਕਰੀਏ। ਜਗਤ ਜਨਨੀ ਨੂੰ ਸਤਿਗੁਰਾਂ ਧੰਨ ਕਹਿ, ਇਸ ਗੱਲ ਨੂੰ ਦਿਲ ਵਿੱਚ ਧਾਰ ਕਰੀਏ। ਸਾਡੀ ਸਫਲਤਾ ਪਿੱਛੇ ਹੈ ਹੱਥ ਇਸ ਦਾ, ਜਾਚਕ ਇਸ ਦਾ ਮਾਣ ਸਤਿਕਾਰ ਕਰੀਏ। ਧੰਨਵਾਦ। ਜਗ ਜਨਨੀ ਦੀ ਗੱਲ ਬਹੁਤ ਖੂਬ ਸ਼ਬਦਾਂ ਵਿੱਚ ਦੀਪ ਕੌਰ ਨੇ ਤੁਹਾਡੇ ਸਾਹਮਣੇ ਰੱਖੀ ਹੈ। ਬਣ ਜਾਂਦੀ ਮਾਈ ਭਾਗੋ, ਸਿੰਘਾਂ ਨੂੰ ਵਿਗਾੜਦੀ, ਹੱਥੀ ਫੜ ਕੇ ਗੁਰੂ ਦੀ ਜੰਗ ਵਿੱਚ ਲਲਕਾਰਦੀ। ਝਾਂਸੀ ਬਣ ਆਪਾ ਕਰਦੀ ਕੁਰਬਾਨ ਹੈ, ਦਿੰਦੀ ਹੈ ਅਗਰ ਪ੍ਰੀਖਿਆ, ਦੂਜੇ ਘਰ ਜਾਂਦੀ ਜਾਂ ਜਿਉਂਦੇ ਜੀ ਮਾਰ ਕੇ ਆਪਾਂ ਸੇਵਾ ਵਿੱਚ ਲਾਂਦੀ ਰਾਂ। ਸੋ ਇਹ ਉਸ ਮਹਾਨ ਔਰਤ ਦੀ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਰੱਖਣ ਦੇ ਲਈ, ਔਰ ਉਸ ਦੇ ਜਿਹੜੇ ਆਪਾਂ ਦਿਨ ਮਨਾ ਰਹੇ ਹਾਂ ਅੰਤਰਰਾਸ਼ਟਰੀ ਇਸਤਰੀ ਦਿਵਸ, ਇਹਦੇ ਇਤਿਹਾਸ ਤੇ ਤੁਹਾਨੂੰ ਕੁਝ ਜਿਹੜੀ ਹੈ ਜਾਣਕਾਰੀ ਦੇਣ ਦੇ ਲਈ ਤੁਹਾਡੇ ਸਾਹਮਣੇ ਵਿਖਾ ਰਹੇ ਹਨ ਸਾਡੇ ਸਤਿਕਾਰਯੋਗ ਪ੍ਰੋਫੈਸਰ ਨਰਿੰਦਰ ਸਿੰਘ ਜੀ, ਜੋ ਕਿ ਸਰਪ੍ਰਸਤ ਮਾਲਵਾ ਲਿਖਾਰੀ ਸਭਾ ਦੇ ਔਰ ਬਹੁਤ ਵਧੀਆ ਸਾਡੇ ਉਹ ਸਹਿਯੋਗੀ ਹਨ। ਪ੍ਰੋਫੈਸਰ ਨਰਿੰਦਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਤੁਹਾਡੇ ਨਾਲ ਕੁਝ ਸਮਾਂ ਇਸ ਇਤਿਹਾਸ ਤੇ ਉਸ ਸਮੇਂ ਸ਼ਾਮਿਲ ਕਰਨਗੇ। ਪ੍ਰੋਫੈਸਰ ਨਰਿੰਦਰ ਸਿੰਘ। ਅੱਜ ਦੇ ਇਸ ਸੈਮੀਨਾਰ ਦੇ ਵਿੱਚ ਪਹੁੰਚੀ ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਤੇ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਗੁਰਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਕਿਹਾ ਗਿਆ ਕਿ ਮੈਂ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂ, ਪਰ ਉਸ ਤੋਂ ਪਹਿਲਾਂ ਨਾਰੀ ਦੀ ਦਸ਼ਾ ਨਹੀਂ ਦੁਰਦਸ਼ਾ, ਉਸ ਦਾ ਜ਼ਿਕਰ ਕਰਨਾ ਬਣਦਾ ਹੈ
क्योंकि जदों किते कोई चिंगारी भांबड़ बनती है तां ही इतिहास पैदा होता है। डॉक्टर कुलवंत कौर जी ने इशारे दे विच गल कीती ते नाल ही फिर वो संजम ते सलीका अपनाउण दी गल करके गए। पर जिथों तक गल पुराने समय की आउंदी है तो उस वेले भी भरूण हत्या, उस समय भी इस्त्री नूं पढ़न की इजाजत ना होना, जगीरदारां दे घरां दे विच काम करन दे वास्ते मजबूर होना, देवदासी प्रथा अते अजिहियां बेअंत चीज़ां सन जिन्हां दे कारण करके इस्त्री नूं पैर की जुत्ती समझा जाता सी। अज भी कोई बहुता फर्क नहीं है, अज भी इस्त्री नूं अपने अधिकार नहीं मिले, अज भी उसनूं समाज में बराबरता नहीं मिली। जे पुराने समय की गल सी कि एक धोबी की खातर तैनूं राम विसार गए, जूए विच द्रौपदीए तैनूं पांडव हार गए, तो अज भी वो जिहड़ी गल है, अज भी नमाइश की वस्तु, अज भी बाजार की विकाऊ वस्तु इस्त्री है। तो फिर जिस देश की नारी रोती है उस देश की किस्मत सोती है। तो अज मेरे देश दियां लखां नारियां जिनसी शोषण बलात्कार का शिकार हो रही ने, ते मैं अज उस दिवस के विच तुहानूं जागृत करन दे वास्ते अज उस दिवस का इतिहास लैके आया। एक कौमांतरी नारी दिहाड़ा या अंतरराष्ट्रीय महिला दिवस जिसनों असी इंटरनेशनल वूमेन डे कह के हुण मनाउंदे हां, ये जदों आरंभ होया सी तां इंटरनेशनल वर्किंग वूमेन डे यह बनिया सी। अज 8 मार्च नूं संसार भर दे विच मनाया जाता है। विश्व के विभिन्न खेत्रों में औरतों प्रति सम्मान, प्रशंसा और प्यार प्रगटाते हुए यह दिन औरतों के लिए मनाया जाता है। पर जिवें डॉक्टर कुलवंत कौर जी ने कहा सी, केवल एक दिन और साल के 364 दिन बाकी इस्त्री की जो हालत है वो असी सारे जानते हैं। वैसे इस दिवस का इतिहास 8 मार्च 1857 तो शुरू होया दसिया जाता है कि न्यूयॉर्क दे विच टैक्सटाइल वालियां बुनकर औरतां ने तथा कथित खाली वकीला जुलूस कढ़िया सी ते कपड़ा मिलों में अपने काम दी हालतां विच सुधार की मांग की सी। पर जिहड़े खोजकर्ता हैगे ने उन्हां विच एक कंडेल ते पिक ने यह बयान किया कि अंतरराष्ट्रीय दिख देने लई अंतरराष्ट्रीय औरत दिवस नूं सोवियत इतिहास तो वख करन लई सिरजे गए अमरीका का इतिहास का उन्होंने एक झूठ का पलंदा दसिया। तो जे आप फिर हुण इतिहास झाती मारीए जो मौजूद है लिखतां मिलदियां ने उस ये गल तो पक्की है कि औरतों को अधिकार से साधन नहीं सी जो मर्दां कोल सी। वो औरतों भी मिलने चाहिए सन, क्योंकि जे बुनकर औरतों ने अंदोलन किया तो वह कारण सी कि उन्होंने काम के घंटे बहुत लंबे सन, मर्दां नालों काम ज्यादा करना पैंदा सी, पर काम के हिसाब नाल तनख्वाह जिहड़ी घट दित्ती जाती सी ते उन्हां दे कोल वोट पाउण दा भी अधिकार नहीं सी। सो 1908 दे विच इस वितकरे ते जुल्म नूं लैके औरतों ने आवाज़ बुलंद की ते 15,000 के करीब औरतों ने न्यूयॉर्क के सड़कों के उत्ते रैली कढ़ी। तो फिर सब तो पहला जिहड़ा औरत दिवस वो 28 फरवरी 1909 नूं न्यूयॉर्क सिटी दे विच जिहड़ा अमरीका की सोशलिस्ट पार्टी दे वल्लों एक कारकुन उन्हां दी सी थेरेसा मलकियल, उस सुझाव के उत्ते उन्होंने राष्ट्रीय महिला दिवस जिहड़ा हैगा वो आयोजित किया ते जिस दे नाल इसका मुड़ बजया। 1910 विच एक कॉन्फ्रेंस हुई कोपनहैगन दे विच, इंटरनेशनल कांग्रेस सी, पर उस तो पहला समाजवादी औरतों ने
ਇਕੱਠੇ ਹੋ ਕੇ ਇੱਕ ਆਪਣੀ ਕਾਨਫਰੰਸ ਕੀਤੀ, ਜਿਸ ਵਿੱਚ ਅਮਰੀਕਾ ਦੇ ਸੋਸ਼ਲਿਸਟਾਂ ਤੋਂ ਪ੍ਰੇਰਿਤ ਹੋ ਕੇ ਉਸ ਸਮੇਂ ਦੇ ਦੋ ਜਿਹੜੇ ਬੁਲਾਰੇ ਸੀ, ਕਲਾਰਾ ਜੈਟਕਿਨ ਤੇ ਕੇਟ ਡੰਕਰ ਪੌਲਾ ਥੀਰ, ਉਹਨਾਂ ਨੇ ਇਹ ਮੀਟਿੰਗ ਦੇ ਵਿੱਚ ਸੁਝਾਅ ਦਿੱਤਾ ਕਿ ਸਾਲਾਨਾ ਮਹਿਲਾ ਦਿਵਸ ਮਨਾਇਆ ਜਾਵੇ। ਪਰ ਕੋਈ ਤਰੀਕ ਜਿਹੜੀ ਹੈਗੀ ਹੈ ਉਹ ਫਾਈਨਲ ਨਹੀਂ ਕੀਤੀ ਗਈ ਸੀ ਤੇ ਇਸ ਮੀਟਿੰਗ ਦੇ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਮਹਿਲਾਵਾਂ ਨੇ ਜਿਹੜਾ ਹਿੱਸਾ ਲਿਆ ਸੀ। ਉਸ ਸੁਝਾਅ ਨੂੰ ਕਬੂਲਦਿਆਂ ਔਰਤਾਂ ਲਈ ਵੋਟ ਦੇ ਹੱਕ ਸਮੇਤ ਬਰਾਬਰੀ ਦੇ ਅਧਿਕਾਰਾਂ ਦੀ ਲੜਾਈ ਦੇ ਲਈ ਕਾਰਜਨੀਤੀ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ ਫਿਰ ਅਗਲੇ ਸਾਲ 19 ਮਾਰਚ 1911 ਨੂੰ ਆਸਟਰੀਆ ਦੇ ਵਿੱਚ ਡੈਨਮਾਰਕ, ਜਰਮਨੀ, ਸਵਿਟਜ਼ਰਲੈਂਡ ਦੇ 10 ਲੱਖ ਤੋਂ ਵੱਧ ਲੋਕਾਂ ਨੇ ਪਹਿਲੀ ਵਾਰ ਇੰਟਰਨੈਸ਼ਨਲ ਵੂਮਨ ਡੇ, ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਮਨਾਇਆ। ਇਕੱਲੇ ਆਸਟਰੋ ਹੰਗਰੀਅਨ ਸਾਮਰਾਜ ਦੇ ਵਿੱਚ 300 ਪ੍ਰਦਰਸ਼ਨ ਹੋਏ। ਵਿਆਨਾ ਦੇ ਵਿੱਚ ਔਰਤਾਂ ਨੇ ਪੈਰਿਸ ਕਮਿਊਨ ਦੇ ਸ਼ਹੀਦਾਂ ਨੂੰ ਸਤਿਕਾਰ ਦੇਣ ਵਾਲੇ ਬੈਨਰ ਚੁੱਕ ਕੇ ਰਿੰਗ ਰੇਟਸ ਤੇ ਪ੍ਰੇਰਿਤ ਕੀਤੀ ਤੇ ਮੰਗ ਕੀਤੀ ਕਿ ਉਹਨਾਂ ਨੂੰ ਵੋਟ ਪਾਉਣ ਦਾ ਅਤੇ ਜਨਤਕ ਅਹੁਦੇ ਸੰਭਾਲਣ ਦਾ ਅਧਿਕਾਰ ਦਿੱਤਾ ਜਾਵੇ। ਉਹਨਾਂ ਨੇ ਰੁਜ਼ਗਾਰ ਤੇ ਲਿੰਗ ਵਿਤਕਰੇ ਵਿਰੁੱਧ ਵੀ ਵਿਰੋਧ ਜਤਾਇਆ ਤੇ ਅਮਰੀਕੀ ਲੋਕ ਫਰਵਰੀ ਦੇ ਆਖਰੀ ਵੀਰਵਾਰ ਨੂੰ ਜਿਹੜਾ ਹੈਗਾ ਇਹ ਮਹਿਲਾ ਦਿਵਸ ਮਨਾਉਂਦੇ ਰਹੇ। ਸੋ 23 ਫਰਵਰੀ 1917 ਨੂੰ ਰੂਸੀ ਸਾਮਰਾਜੀ ਰਾਜਧਾਨੀ ਪੈਟਰੋਗਰਾਡ ਦੇ ਵਿੱਚ ਟੈਕਸਟਾਈਲ ਵਾਲੀਆਂ ਔਰਤਾਂ, ਬੁਣਕਰ ਔਰਤਾਂ ਨੇ ਇੱਕ ਪ੍ਰਦਰਸ਼ਨ ਸ਼ੁਰੂ ਕੀਤਾ ਜਿਸ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਇਸ ਨੇ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕੀਤੀ ਜਿਹੜੀ ਅਕਤੂਬਰ ਇਨਕਲਾਬ ਦੇ ਵਿੱਚ ਜਾ ਕੇ ਸੰਪੂਰਨ ਹੋਈ ਤੇ ਜਿਸ ਨੇ ਰੂਸੀ ਇਨਕਲਾਬ ਬਣਾਇਆ। ਸੋ ਸੈਂਟ ਪੀਟਰਸਬਰਗ ਦੇ ਵਿੱਚ ਔਰਤਾਂ ਨੇ ਉਸ ਦਿਨ ਬ੍ਰੈਡ ਐਂਡ ਪੀਸ, ਭੋਜਨ ਅਤੇ ਸ਼ਾਂਤੀ ਦੀ ਜਿਹੜੀ ਹੈਗੀ ਹੈ ਮੰਗ ਹੜਤਾਲ ਰਾਹੀਂ ਕੀਤੀ ਤੇ ਪਹਿਲੇ ਵਿਸ਼ਵ ਯੁੱਧ ਨੂੰ ਖਤਮ ਕਰਨ ਲਈ ਉਹਨਾਂ ਨੇ ਕਿਹਾ ਕਿ ਰੂਸ ਵਿੱਚ ਭੋਜਨ ਦੀ ਘਾਟ ਤੇ ਜ਼ਾਰਸ਼ਾਹੀ ਦੇ ਅੰਤ ਦੀ ਮੰਗ ਕੀਤੀ, ਕਿਉਂਕਿ ਰੂਸ ਦਾ ਜਿਹੜਾ ਉਸ ਵੇਲੇ ਦਾ ਸਾਮਰਾਜ ਸੀਗਾ ਉਸ ਨੂੰ ਜ਼ਾਰ ਕਿਹਾ ਜਾਂਦਾ ਸੀ। ਫਿਰ ਇਨਕਲਾਬੀ ਆਗੂ ਲਿਓਨ ਟ੍ਰੋਟਸਕੀ ਨੇ ਲਿਖਿਆ ਕਿ 23 ਫਰਵਰੀ ਨੂੰ ਜਿਹੜਾ ਅੰਤਰਰਾਸ਼ਟਰੀ ਔਰਤ ਦਿਵਸ ਮਨਾ ਕੇ ਔਰਤਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ। ਉਸ ਦੀ ਮੀਟਿੰਗਾਂ ਤੇ ਕਾਰਜਾਂ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਇਹ ਕਲਪਨਾ ਨਹੀਂ ਕੀਤੀ ਸੀ ਕਿ ਔਰਤ ਦਿਵਸ ਇਹ ਰੂਸੀ ਇਨਕਲਾਬ ਦਾ ਮਹੂਰਤ ਕਰੇਗਾ ਤੇ ਇਹਨਾਂ ਇਨਕਲਾਬੀ ਕਾਰਵਾਈਆਂ ਦਾ ਅਨੁਮਾਨ ਜਿਹੜਾ ਹੈਗਾ ਬਿਨਾਂ ਤਰੀਕ ਦੇ ਜਦੋਂ ਕਾਮਿਆਂ ਨੇ ਆਪਣੀ ਫੈਕਟਰੀਆਂ ਵਿੱਚ ਕੰਮ ਛੱਡ ਦਿੱਤਾ ਤੇ ਹੜਤਾਲ ਲਈ ਸਾਰਿਆਂ ਤੋਂ ਸਮਰਥਨ ਮੰਗਿਆ, ਉਹਦੇ ਨਾਲ ਆਮ ਹੜਤਾਲ ਹੋ ਗਈ। ਸਾਰੇ ਲੋਕ ਸੜਕਾਂ ਤੋਂ ਬਾਹਰ ਨਿਕਲ ਆਏ ਤੇ 7 ਦਿਨਾਂ ਬਾਅਦ ਰੂਸ ਦਾ ਜ਼ਾਰ ਨਿਕੋਲਸ ਜਿਹੜਾ ਹੈਗਾ ਸੀ ਉਹ ਰਾਜਪਾਟ ਛੱਡ ਕੇ ਅਲੱਗਾ ਹੋ ਗਿਆ ਤੇ ਰੂਸ ਦੀ ਆਰਜੀ ਸਰਕਾਰ ਜਿਹੜੀ ਬਣੀ ਉਸਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਤੇ ਇੰਜ ਸੋਵੀਅਤ ਰੂਸ ਵਿੱਚ ਔਰਤਾਂ ਦਾ ਵੋਟ ਦਾ ਅਧਿਕਾਰ ਹਾਸਲ ਕਰਨ ਤੋਂ ਬਾਅਦ 8 ਮਾਰਚ ਦਾ ਦਿਨ ਇਹ ਜਿਹੜਾ ਸੀ ਉੱਥੋਂ ਦਾ ਜਿਹੜਾ ਮਹਿਲਾ ਦਿਵਸ ਬਣ ਗਿਆ ਤੇ ਉੱਥੇ ਰਾਸ਼ਟਰੀ ਛੁੱਟੀ ਡਿਕਲੇਅਰ ਕਰ ਦਿੱਤੀ ਤੇ ਇਹ ਦਿਨ ਭਾਰਤ ਸਮਾਜਵਾਦੀ ਲਹਿਰ ਅਤੇ ਕਮਿਊਨਿਸਟ ਦੇਸ਼ਾਂ ਦੇ ਵੱਲੋਂ ਹੀ ਮਨਾਇਆ ਜਾਂਦਾ ਸੀ, ਜਦੋਂ ਤੱਕ ਕਿ 1967 ਦੇ ਵਿੱਚ ਨਾਰੀਵਾਦੀ ਲਹਿਰ ਨੇ ਇਸ ਨੂੰ ਨਹੀਂ ਅਪਣਾ ਲਿਆ। ਹੁਣ ਨਾਰੀਵਾਦੀ ਲਹਿਰ ਜਿਹੜੀ ਸੀਗੀ ਉਹ ਕੀ ਸੀ ਕਿ ਲਿਬਰੇਸ਼ਨ ਗਰੁੱਪ ਤੇ ਬਲੈਕ ਪੈਂਥਰ ਪਾਰਟੀ ਨੇ ਉਦੋਂ ਰੋਸ ਪ੍ਰਦਰਸ਼ਨ ਕੀਤਾ ਵੀ ਔਰਤ ਹੈ ਜਾਂ ਵਸਤੂ ਹੈ। ਉਹਨਾਂ ਨੇ ਜਿਹੜੀ ਮਿਸ ਅਮਰੀਕਾ ਦੀ ਮਸ਼ਹੂਰੀ ਦਾ ਉੱਥੇ ਕੰਮ ਹੋਣਾ ਸੀ ਉਸ ਦਾ ਵਿਰੋਧ ਕੀਤਾ ਤੇ ਇੰਜ ਇਹ ਜਿਹੜਾ ਦਿਨ ਹੈ 8 ਮਾਰਚ ਨੂੰ ਇਹ ਦਿਹਾੜਾ ਜਿਹੜਾ ਸੀ ਅੰਤਰਰਾਸ਼ਟਰੀ ਮਹਿਲਾ ਦਿਵਸ ਹੋਣ ਦੇ ਵਿੱਚ ਆਇਆ ਤੇ ਫਿਰ ਜਿਹੜਾ ਹੈਗਾ ਇਸ ਨੂੰ ਸਾਰੇ ਹੀ ਦੇਸ਼ਾਂ ਨੇ ਅਪਣਾ ਲਿਆ, ਪਰ ਹਜੇ ਵੀ ਕੁਝ ਥਾਵਾਂ ਦੇ ਉੱਤੇ ਇਸ ਦਾ ਵਿਰੋਧ ਹੈ। ਤਾਂ ਗੱਲ ਉਹੀ ਕਰਦੇ ਆ ਕਿ ਔਰਤ ਜਿਹੜੀ ਹੈਗੀ ਹੈ ਅੱਜ ਦੀ ਵਿਵਸਥਾ ਦੀ ਵੀ ਗੱਲ ਕਰਨਾ ਵਾ ਕਿ ਵਿਸ਼ਵ ਦੇ ਵਿੱਚ 1.3 ਅਰਬ ਔਰਤਾਂ ਜਿਹੜੀਆਂ ਗਰੀਬ ਹਨ, ਗਰੀਬੀ ਰੇਖਾ ਤੋਂ ਹੇਠਾਂ ਨੇ
ਤੇ ਉਹ ਔਰਤਾਂ ਨੂੰ ਜਿਹੜੀ ਹੈਗੀ ਆ ਮਰਦਾਂ ਦੇ ਮੁਕਾਬਲੇ ਕੰਮ ਕਰਨ ਦੇ ਵਾਸਤੇ 30 ਤੋਂ 40% ਜਿਹੜੀ ਹੈਗੀ ਆ ਉਜਰਤ ਘੱਟ ਮਿਲਦੀ ਆ। ਅੱਜ ਵੀ ਮਜ਼ਦੂਰੀ ਕਰਨ ਔਰਤ ਜਾਵੇ ਤੇ ਜੇਕਰ ਬੰਦਾ ਜਾਵੇ ਤਾਂ ਔਰਤ ਨੂੰ ਮਜ਼ਦੂਰੀ ਜਿਹੜੀ ਹੈਗੀ ਆ ਉਹ ਘੱਟ ਮਿਲ ਰਹੀ ਹੈ। ਕਰਮਚਾਰੀਆਂ ਦੇ ਵਿੱਚ ਵੀ ਮਰਦਾਂ ਦੀ ਗਿਣਤੀ ਜ਼ਿਆਦਾ ਹੈ ਤੇ ਔਰਤਾਂ ਦੀ ਘੱਟ ਹੈ। ਸੰਸਾਰ ਭਰ ਦੇ ਵਿੱਚ ਰਿਟਾਇਰਮੈਂਟ ਉਮਰ ਜਿਹੜੀ ਆ ਉਹ ਉਸ ਤੋਂ ਜਦੋਂ ਉੱਪਰ ਹੋ ਗਿਆ ਤਾਂ 65% ਔਰਤਾਂ ਅੱਜ ਵੀ ਪੈਨਸ਼ਨ ਤੋਂ ਬਿਨਾਂ ਨੇ, ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਤੇ ਸੰਸਾਰ ਭਰ ਦੇ ਵਿੱਚ ਜੇਕਰ ਫੈਸਲੇ ਲੈਣ ਤੇ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਫਿਰ ਲਿੰਗ ਭੇਦ ਦੇ ਵਿੱਚ ਅੱਜ ਵੀ ਗੱਲ ਇਹ ਜੁੜ ਜਾਂਦੀ ਹੈ। ਅੱਜ ਵੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾਅਰਾ ਤਾਂ ਦਿੰਦੀਆਂ ਨੇ ਕਿ ਔਰਤਾਂ ਦੇ ਵਾਸਤੇ ਜਿਹੜੀ ਅਸੀਂ ਬਿਲਕੁਲ ਅੱਧ 50% ਕਰਾਂਗੇ, ਪਰ ਗੱਲ ਉੱਥੇ ਹੀ ਰਹਿ ਜਾਂਦੀ ਹੈ। ਆਪਾਂ ਦੇਖਦੇ ਹਾਂ ਕਿ ਹੁਣ ਵੀ ਵੋਟਾਂ ਹੋਈਆਂ ਤੇ ਕਿੰਨੀਆਂ ਕਿ ਜਿਹੜੀਆਂ ਹੈਗੀਆਂ ਔਰਤਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਅੱਗੇ ਲਿਆਂਦਾ। ਸੰਸਾਰ ਭਰ ਵਿੱਚ ਔਰਤਾਂ ਘਰੇਲੂ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ। ਇਹ ਅਪਾਹਜਤਾ ਤੇ ਔਰਤਾਂ ਦੀ ਮੌਤ ਦਾ ਮਹੱਤਵਪੂਰਨ ਕਾਰਕ ਬਣਦੀਆਂ ਇਹ ਘਟਨਾਵਾਂ। ਪੜ੍ਹੀਆਂ ਲਿਖੀਆਂ ਔਰਤਾਂ ਦੇ ਵਿੱਚ ਫੈਸਲੇ ਲੈਣ ਦੀ ਹਾਲਾਂਕਿ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ, ਕਰ ਸਕਦੀਆਂ ਨੇ, ਪਰ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਤੇ ਅੱਜ ਵੀ ਅਸੀਂ ਦੇਖਦੇ ਹਾਂ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਬੇਅਦਾਇਗੀ ਯੋਗ ਕੰਮ ਜਿਹੜੇ ਹੈਗੇ ਨੇ, ਜਿਨ੍ਹਾਂ 'ਚ ਖਾਣਾ ਪਕਾਉਣਾ ਵੀ ਆ ਜਾਂਦਾ, ਰੋਟੀ ਬਣਾਉਣੀ ਵੀ ਆ ਜਾਂਦੀ ਹੈ, ਸਫਾਈ ਕਰਨੀ, ਪਾਣੀ ਲਿਆਉਣਾ, ਬੱਚਿਆਂ ਤੇ ਬਜ਼ੁਰਗਾਂ ਦੀ ਸੰਭਾਲ, ਇਹ ਸਾਰਾ ਕੁਝ ਅੱਜ ਵੀ ਔਰਤਾਂ ਦੇ ਹਿੱਸੇ ਆ। ਅੱਜ ਵੀ ਮਰਦ ਜਿਹੜਾ ਹੈਗਾ ਕਿਤੇ ਵੀ ਉਸ ਦੇ ਨਾਲ ਇਸ ਦੇ ਵਿੱਚ ਸਹਿਯੋਗ ਨਹੀਂ ਕਰਦਾ। ਜੇ ਕਿਤੇ ਕੋਈ ਕਿਸੇ ਘਰ ਦੇ ਵਿੱਚ ਕੁਝ % ਦੀ ਗੱਲ ਹੋ ਜਾਵੇ ਤਾਂ ਬੇਸ਼ੱਕ ਕੋਈ ਅਤਕਥਨੀ ਨਾ ਹੋਵੇਗੀ, ਪਰ ਅੱਜ ਵੀ ਔਰਤਾਂ ਦਾ ਦਰਜਾ ਉੱਥੇ ਦੀ ਉੱਥੇ ਹੀ ਖੜਾ ਹੈ। ਅੱਜ ਵੀ ਔਰਤਾਂ ਦੀ ਜਿਹੜੀ ਹੈਗੀ ਹੈ, ਮੈਂ ਕਹਿੰਦਾ ਦੁਰਦਸ਼ਾ ਸਾਡੇ ਦੇਸ਼ ਦੇ ਵਿੱਚ ਹੋ ਰਹੀ ਹੈ ਤੇ ਅੱਜ ਜਾਗਰਤ ਹੋਣ ਦੀ ਲੋੜ ਹੈ। ਜਿਸ ਤਰੀਕੇ ਨਾਲ ਉਹਨਾਂ ਔਰਤਾਂ ਨੇ ਜਾਗਰਤ ਹੋ ਕੇ ਇੱਕ ਲਹਿਰ ਬਣਾਈ ਤੇ ਉਸ ਲਹਿਰ ਦੇ ਨਾਲ ਜਿਹੜਾ ਹੈਗਾ ਸੰਸਾਰ ਨੂੰ ਇਸ ਗੱਲ ਦੇ ਉੱਤੇ ਮਜਬੂਰ ਹੋਣਾ ਪਿਆ ਕਿ ਅਸੀਂ ਔਰਤਾਂ ਦੇ ਵਾਸਤੇ ਇੱਕ ਦਿਨ ਜਿਹੜਾ ਰੱਖੀਏ ਜਿਸ ਦਿਨ ਉਹ ਆਪਣੇ ਹੱਕਾਂ ਦੀ ਗੱਲ ਕਰ ਸਕਣ। ਇਸ ਤਰੀਕੇ ਨਾਲ ਅੱਜ ਵੀ ਮੇਰਾ ਸੱਦਾ ਕਿ ਸਾਰੇ ਜਾਗਰਤ ਹੋ ਕੇ ਤੇ ਅੱਜ ਵੀ ਇਸ ਦਿਨ ਨੂੰ ਮਨਾਉਣ ਦਾ ਸਾਡਾ ਤਾਂ ਹੀ ਸਫਲ ਹੋਏਗਾ ਕਾਰਜ ਜੇਕਰ ਆਪਾਂ ਅੱਜ ਆਪਣੇ ਹੱਕਾਂ ਦੀ, ਅੱਜ ਆਪਣੇ ਅਧਿਕਾਰਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ। ਕਿਉਂਕਿ ਮੈਂ ਚੰਦ ਲਾਈਨਾਂ ਲਿਖੀਆਂ ਸੀ ਕਿ ਇਹੀ ਸ਼ਕਤੀ ਨਾਰੀ ਦੀ, ਇਹੀ ਨਾਰੀ ਲਈ ਵਰਦਾਨ, ਇਸ ਦੀ ਕੁੱਖੋਂ ਜੰਮਦੇ ਸੂਰਮੇ, ਇਸ ਦੀ ਕੁੱਖੋਂ ਜੰਮਦੇ ਫਕੀਰ ਤੇ ਇਸ ਦੀ ਕੁੱਖ ਜੰਮੇ ਰਾਜਾ। ਉਂਝ ਤਾਂ ਰੋਜ਼ ਚੁੱਲ੍ਹੇ ਚੌਂਕੇ ਚੜ੍ਹਦੀ, ਪਰ ਮੱਥੇ ਤੇਰੇ ਜਦੋਂ ਮੁਸੀਬਤ ਪੜਦੀ, ਲਾ ਮੋਢੇ ਨਾਲ ਮੋਢਾ ਖੜਦੀ। ਕਦੇ ਬਣੇ ਰਾਣੀ ਝਾਂਸੀ, ਕਦੇ ਬਣੇ ਮਾਈ ਭਾਗੋ, ਲਾਵੇ ਬਾਜੀ ਸਿਰ ਧੜਦੀ। ਤੇ ਹਜੇ ਹੁਣੀ ਆਪਾਂ ਪਹਿਲਾਂ ਕੀ ਦੇਖਿਆ, ਕਿਸਾਨ ਅੰਦੋਲਨ, ਕਿ ਅੱਜ ਫਿਰ ਜਦੋਂ ਲੋੜ ਪਈ ਹੈ ਸੰਘਰਸ਼ ਵਿੱਚ ਤੇਰੇ ਨਾਲ ਗਈ ਹੈ। ਜ਼ੁਲਮੀ ਦੀ ਹੈਂਕੜ ਨੂੰ ਭੰਨ ਦਿੱਤਾ, ਨਾਰੀ ਸ਼ਕਤੀ ਨੇ ਹੀ ਤੇਰੇ ਸਿਰ ਜਿੱਤ ਦਾ ਸਿਹਰਾ ਬਣ ਦਿੱਤਾ। ਤੇ ਜੇ ਨਾਰੀਆਂ ਨੇ ਇਕੱਠੇ ਹੋ ਕੇ ਕਿਸਾਨ ਅੰਦੋਲਨ ਜਿੱਤ ਲਿਆ ਸੀ ਤਾਂ ਅੱਜ ਫਿਰ ਇਕੱਠੇ ਹੋ ਕੇ ਆਪਣੇ ਅਧਿਕਾਰਾਂ ਦੀ ਖਾਤਰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ, ਤਾਂ ਕਿ ਮੇਰੇ ਦੇਸ਼ ਦੇ ਵਿੱਚ, ਜਿਸ ਨੂੰ ਆਪਣਾ ਦੇਸ਼ ਕਹਿੰਦੇ ਆ, ਸ਼ਰਮ ਆਉਂਦੀ ਹੈ, ਜਿੱਥੇ ਮੰਦਰਾਂ ਦੇ ਵਿੱਚ ਵੀ ਬਲਾਤਕਾਰ ਹੁੰਦੇ ਨੇ, ਜਿੱਥੇ ਧਾਰਮਿਕ ਸਥਾਨ ਵੀ ਨਹੀਂ ਬਖਸ਼ੇ ਜਾਂਦੇ, ਤੇ ਜਿੱਥੇ ਜਿਹੜਾ ਅੱਜ ਵੀ ਜਿਨਸੀ ਸ਼ੋਸ਼ਣ ਜਿਹੜਾ ਹੋ ਰਿਹਾ, ਅੱਜ ਲੋੜ ਹੈ ਆਵਾਜ਼ ਬੁਲੰਦ ਕਰਨ ਦੀ। ਤੇ ਇਹ ਤੁਸੀਂ ਸਾਰੀਆਂ ਨੇ ਆਪਣੇ ਅੰਦਰ ਇੱਕ ਪਾਵਰ ਲਿਆਉਣੀ ਹੈ, ਮਾਈ ਭਾਗੋ ਬਣ ਕੇ ਇਹ ਜੰਗ ਕਰਨੀ ਹੈ ਤੇ ਇਹ ਲੜਾਈ ਨੂੰ ਜਿੱਤਣਾ ਹੈ। ਇਹ ਮੇਰਾ ਸੱਦਾ ਹੈ। ਅੰਤਰਰਾਸ਼ਟਰੀ ਸਾਡਾ ਮਹਿਲਾ ਦਿਵਸ ਤਾਂ ਹੀ ਮਨਾਉਣਾ ਸਫਲ ਹੋ ਗਿਆ ਜੇਕਰ ਅਸੀਂ ਇਹਨਾਂ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ। ਸੋ ਸਾਰਿਆਂ ਨੂੰ ਜੇਕਰ ਕੁਝ ਸ਼ਬਦ ਮੇਰੇ ਕੋਲੋਂ ਗਲਤ ਨਿਕਲ ਗਿਆ ਹੋਵੇ ਤਾਂ ਮੈਂ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद प्रोफेसर रविंदर सिंह जी। बड़े सोहने ढंग के नाल तुसीं इन्हां बच्चियां नूं
ਸਾਡੇ ਜਿਹੜੇ ਸਟਾਫ ਮੈਂਬਰ ਬੈਠੇ ਨੇ ਉਹਨਾਂ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਸੋ ਹੁਣ विद्यार्थन है गुरविंदर कौर, यूटीटी की विद्यार्थन है, वो अपनी कविता लेके आ रही है। गुरविंदर कौर। हमारे मुख्य अतिथि और मेरे सम्मानयोग प्रधानाचार्य और मेरे प्यारे अध्यापक साहबान और मेरे प्यारे साथियों, मेरी ओर से आप सबको महिला दिवस की बहुत बहुत शुभकामनाएं। आज इस अवसर पर मैं अपने कुछ विचार प्रस्तुत करने जा रही हूँ जो कुछ इस प्रकार है। हाँ, मैं एक नारी हूँ। हाँ, मैं एक लड़की हूँ। हाँ, मैं एक नारी हूँ। हाँ, मैं एक औरत हूँ। मेरा होना मेरा गर्व है, मेरा अस्तित्व भी मेरा गर्व है। लेकिन ये समाज की संकीर्ण मानसिकता और इस मानसिकता के शिकार यहाँ के लोग। कई सवाल जवाब करते हैं लोग मेरे लड़की होने पर, कई सवाल जवाब करते हैं लोग मेरे लड़की होने पर। इसीलिए आज कुछ सवाल और जवाब मेरी तरफ से, कुछ सवाल और जवाब मेरी तरफ से। क्या ये समाज को आवाज नहीं सुनाई देती उस लड़की की, उस मासूम सी बच्ची की जो अपनी माँ के गर्भ में बोलती है कि माँ मुझे भी बाहर आना है, मुझे भी इस दुनिया को देखना है और मुझे भी अपने माता पिता का नाम रोशन करना है। क्या इस समाज को उस लड़की की चीखें नहीं नजर आती जो कहती है कि अपनी माँ को कि माँ मुझे भी पढ़ना है, मुझे भी आगे बढ़ना है और मुझे भी इस देश का नाम रोशन करना है। क्या इस समाज को उस लड़की की चीखें नहीं नजर आती जो कहती है कि माँ मुझे इस दिन के उजाले में भी सुरक्षित महसूस नहीं होता? क्या इस समाज को उस लड़की की आवाज नजर नहीं आती जो कहती है कि माँ हर रोज दिन में भी बलात्कार जैसा गुनाह होता है? क्या इस समाज को उस लड़की की पीड़ा नजर नहीं आती जिसके सिर्फ ना कहने पर उसके मुंह पर तेजाब डाल दिया जाता है? क्या इस समाज को उस लड़की की आवाजें नजर नहीं आती जो सिर्फ न्याय के कटघरे में खड़ी होकर कहती है कि मुझे न्याय मिलना चाहिए? क्या इस समाज को उस लड़की, उस औरत की आवाज नहीं सुनाई देती जो जिसके कुछ कहने पर उसके चेहरे पर एक जोर का थप्पड़ मारा जाता है? क्या इस समाज को उस औरत, उस लड़की की आवाज नहीं सुनाई देती जो सिर्फ तलाक का सहारा लिए घूमती है? ये समाज कई सवाल और जवाब करता है मेरे लिए, लेकिन आज सवाल ये नहीं है कि कौन मुझे बताने जा रहा है, लेकिन समाज की पुरानी आदत है ये बताने की कि तुम एक लड़की हो, यू आर अ गर्ल, यू आर अ वुमेन एंड आई एम अ विक्टर। सवाल ये नहीं है कि कौन मुझे बताने जा रहा है, सवाल तो अब ये है कि कौन मुझे रोकने जा रहा है। और इसी के जवाब में आज मैं कुछ कहना चाहूंगी। हाँ, शायद कमजोर थी मैं, हाँ शायद कमजोर थी मैं, लेकिन अब ना रहूंगी। अपनी आवाज के साथ हक के लिए उन सब से लड़ूंगी। ना रहना धोखे में कि मैं कोमलता वाली नारी हूँ, ना रहना धोखे में कि मैं कोमलता वाली नारी हूँ। याद रखना कि अब मैं कठोरता की सवारी हूँ, याद रखना कि अब मैं कठोरता की सवारी हूँ। मैं कल थी, मैं आज हूँ और मैं कल भी रहूंगी। अपने वर्षिसब की पहचान बन आकार बनूंगी, अपने वर्षिसब की पहचान बन आकार बनूंगी। जब मेरे आत्म सम्मान, मेरी पवित्रता, मेरे अधिकारों और मेरी आजादी के लिए ये समाज उंगली करेगा, तब तक यानी कि मैं हर वो नारी, हर वो लड़की, हर वो महिला अपने अधिकारों के लिए इस समाज से लड़ती रहेगी, इस समाज से लड़ती रहेगी। मैं एक नारी हूँ, मैं एक लड़की हूँ, मैं एक महिला हूँ, मैं एक औरत हूँ। नारी शक्ति जिंदाबाद, नारी शक्ति जिंदाबाद। धन्यवाद। जितनी कद तो छोटी उन्नी
ਬੁਲੰਦ ਆਵਾਜ਼। ਵਾਹ ਬੇਟਾ, ਬਹੁਤ ਸੋਹਣਾ ਮੈਸੇਜ ਹਲੂਣਾ ਜਿਹੜਾ ਤੁਸੀਂ ਪੇਸ਼ ਕੀਤਾ ਹੈ, ਬਹੁਤ ਵਧੀਆ। ਗੁਰਵਿੰਦਰ ਕੌਰ। ਇਸ ਤੋਂ ਬਾਅਦ ਕਰਮਵੀਰ ਸਿੰਘ ਆਪਣੀ ਕਵਿਤਾ ਲੈ ਕੇ ਆ ਰਿਹਾ ਹੈ। ਕਰਮਵੀਰ ਸਿੰਘ। ਇਸ ਤੋਂ ਬਾਅਦ ਸਾਡੇ ਅਗਲੇ ਬੁਲਾਰੇ ਪ੍ਰੋਫੈਸਰ ਹਰਵਿੰਦਰ ਕੌਰ ਜੀ, ਉਹ ਤੁਹਾਡੇ ਸਾਹਮਣੇ ਹੋਣਗੇ। ਕਰਮਵੀਰ ਸਿੰਘ ਕਵਿਤਾ ਲੈ ਕੇ। ਸਤਿਕਾਰਯੋਗ ਪ੍ਰਧਾਨਗੀ ਮੰਡਲ, ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੇਰਾ ਅੱਜ ਦਾ ਵਿਸ਼ਾ ਹੈ ਮਹਿਲਾ ਦਿਵਸ। ਔਰਤ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀ ਹੈ। ਇਸ ਮਹੱਤਤਾ ਨੂੰ ਦੇਖਦੇ ਹੋਏ ਔਰਤ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀ ਹੈ। ਇਸ ਮਹੱਤਤਾ ਨੂੰ ਦੇਖਦੇ ਹੋਏ ਪ੍ਰਸਿੱਧ ਕਵੀ ਨੇ ਇਸ ਉੱਪਰ ਕਵਿਤਾ ਲਿਖੀ ਹੈ, ਜਿਸ ਦੀਆਂ ਮੈਂ ਕੁਝ ਕਵਿਤਾਵਾਂ ਪੇਸ਼ ਕਰਨ ਜਾ ਰਿਹਾ ਹਾਂ। ਇਨਸਾਨ ਖੁਦ ਔਰਤ ਦਾ ਜਾਇਆ ਹੈ। ਮੈਂ ਮਾਂ ਆਪਣੀ ਦੇ ਰੂਪਾਂ ਵਿੱਚੋਂ ਹਰ ਵਾਰ ਹੀ ਰੱਬ ਨੂੰ ਪਾਇਆ ਹੈ। ਇੱਕ ਔਰਤ ਮੇਰੀ ਦਾਦੀ ਮਾਂ, ਜਿਸ ਕਰਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ ਹੈ। ਮੈਂ ਬੈਠ ਜਿਨ੍ਹਾਂ ਦੇ ਮੋਢੇ ਤੇ ਕੁੱਲ ਝੂਟਾ ਜਹਾਨ ਦਾ ਪਾਇਆ ਹੈ। ਇੱਕ ਔਰਤ ਮੇਰੀ ਭੈਣ ਵੱਡੀ, ਜਿਸ ਬਚਪਨ ਨਾਲ ਲੰਘਾਇਆ ਹੈ। ਕਿਸੇ ਗਲਤੀ ਤੇ ਪੈਂਦੀ ਮਾਰ ਵੇਲੇ ਕਈ ਵਾਰ ਮੈਨੂੰ ਬਚਾਇਆ ਹੈ। ਫਿਰ ਪਤਾ ਨਹੀਂ ਦੁਨੀਆ ਨੇ ਕਿਉਂ ਤੈਨੂੰ ਮਾੜਾ ਬਣਾਇਆ ਹੈ। ਧੰਨਵਾਦ।